मैं अपने घर ਦੇ ਇੰਪਲੀਮੈਂਟ ਕਰਤੀਆਂ 2 ਡਸਟਬਿਨ ਲਿਆ ਕੇ ਦੇਤੇ, ਪਰ ਮੇਰਾ ਕੂੜਾ ਜਿਹੜਾ ਚੱਕਣ ਆਉਂਦਾ ਚੱਕ ਕੇ ਦੋਨੇ ਮਿਕਸ ਕਰ ਦਿੰਦਾ। ਉਹਦਾ ਫਾਇਦਾ ਕੀ ਹੋਇਆ ਸਾਨੂੰ ਦੂਰ ਲਗਾਉਣ ਦਾ? ਮੈਂ ਇੱਥੇ ਦਾ ਵਾਸੀ ਹਾਂ, ਮੈਂ ਇੱਥੇ ਸਿੱਟ ਦਿੰਦਾ ਕੂੜਾ, ਪਰ ਜਦੋਂ ਮੈਂ ਫੋਰਨ ਜਾਣਾ ਮੈਂ ਨਹੀਂ ਸਿੱਟਦਾ। ਮੈਂ ਤਾਂ ਉਹੀ ਹਾਂ, ਮੈਂ ਕਿੱਦਾਂ ਚੇਂਜ ਹੋ ਜਾਂਦਾ? ਇਹਦਾ ਮਤਲਬ ਮੇਰੇ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵਿੱਚ ਕਮੀ ਹੈ ਕਿ ਆਪਾਂ ਉਹਨੂੰ ਸਜ਼ਾ ਦੇਣ ਦੀ ਬਜਾਏ ਆਪਣਾ ਸਿਸਟਮ ਚੇਂਜ ਕਰੀਏ ਤਾਂ ਜ਼ਿਆਦਾ ਵਧੀਆ। ਉਹਦਾ ਤਾਂ ਕਸੂਰ ਹੀ ਨਹੀਂ ਹੈ। ਕੀ ਸਿਰਫ ਕੁੜੀਆਂ ਦੇ ਪਹਿਰਾਵਾ ਚੇਂਜ ਕਰਨ ਨਾਲ ਹੀ ਬਲਾਤਕਾਰ ਰੁਕ ਸਕਦੇ ਆ? ਇੰਨੇ ਕਾਨੂੰਨ ਬਣਨ ਤੋਂ ਬਾਅਦ ਵੀ ਸਭ ਕੁਝ ਹੋ ਰਿਹਾ ਇੰਡੀਆ ਦੇ ਵਿੱਚ, ਤੇ ਉਹਦੇ ਲਈ ਗਵਰਨਮੈਂਟ ਕੀ ਕਰ ਰਹੀ ਹੈ? ਦੇਖੋ, ਰੇਪ ਦੇ ਕੇਸ ਵਿੱਚ ਕਿਹੜੀ ਸਜ਼ਾ ਹੋਣੀ ਚਾਹੀਦੀ? ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਸਿੱਧੇ ਤੇ ਸਾਫ਼ ਲਫ਼ਜ਼ਾਂ 'ਚ। ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸਮਾਪਤ ਹੋ ਗਿਆ ਇਸ ਵੇਲੇ, ਇਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਲੈਂਦੇ ਹੋ? ਮੈਂ ਕਹਾਂਗਾ ਜੋ ਫਾਰਮਰਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹ MSP ਨੂੰ ਲੈ ਕੇ। ਵੈਲਕਮ ਨਿਊਜ਼ 24 ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਨਤਾ ਦੇ ਰੂਬਰੂ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਹਮੇਸ਼ਾ ਉੱਚੀਆਂ ਸ਼ਖਸੀਅਤਾਂ ਨਾਲ ਕਰਵਾਉਂਦੇ ਰਹਿੰਦੇ ਹਾਂ। ਅੱਜ ਜਿਸ ਜੋੜੀ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਦੇਸ਼ ਦੀ ਬਹੁਤ ਵੱਡੀ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਹਨ ਔਰ ਦੇਸ਼ ਦੇ ਕਾਨੂੰਨ ਦੇ ਵੀ ਨੁਮਾਇੰਦੇ ਹਨ ਔਰ ਬਹੁਤ ਵੱਡੇ ਸਮਾਜ ਸੇਵਕ ਵੀ ਹਨ। ਆਓ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾਉਂਦੇ ਹਾਂ। ਸਾਡੇ ਵਿੱਚ ਮੌਜੂਦ ਨੇ ਮੇਰੇ ਸਹਿਯੋਗੀ ਪਰਮਿੰਦਰ ਕੌਰ ਜੀ, ਚੰਦਰਜੀਤ ਕੌਰ ਜੀ, ਅਮਿਤ ਸਿੰਘ ਜੀ। ਚੰਦਰ ਜੀ, ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਰਾਜਨੀਤੀ ਦੇ ਵਿੱਚ ਕਦਮ ਕਿਸ ਤਰ੍ਹਾਂ ਰੱਖਿਆ? ਰਾਜਨੀਤੀ ਵਿੱਚ ਪਹਿਲਾਂ ਮੇਰੇ ਫਾਦਰ ਇਨ ਲੋ ਸਰਦਾਰ ਕਿਰਪਾਲ ਸਿੰਘ ਬੂਟੀ ਜੀ, ਉਹਨਾਂ ਦੇ ਪੋਲੀਟਿਕਸ 'ਚ ਕਾਫੀ ਸਾਲਾਂ ਤੋਂ ਹਨ ਅਤੇ ਉਹ ਕੌਂਸਲਰ ਰਹੇ ਆ ਸਾਡੇ ਉੱਥੋਂ ਦੇ ਵਾਰਡ ਦੇ। ਔਰ ਉਸ ਤੋਂ ਬਾਅਦ ਮੇਰੇ ਹਸਬੈਂਡ ਵੀ ਅਮਿਤ ਸਿੰਘ ਸੰਧਾ ਵੀ, ਇਹ ਵੀ ਕੌਂਸਲਰ ਦੇ ਇਲੈਕਸ਼ਨ ਲੜ ਚੁੱਕੇ ਹੈ। ਔਰ ਹੁਣ ਲੇਡੀਜ਼ ਵਾਰਡ ਹੋ ਗਿਆ ਸੀ, ਮੇਰਾ ਵੀ ਇੰਟਰਸਟ ਸੀ ਔਰ ਸੋਸ਼ਲ ਵਰਕ 'ਚ ਵੀ ਮਤਲਬ ਕਿ ਖਾਸ ਤੌਰ 'ਤੇ ਸੋਸ਼ਲ ਵਰਕ 'ਚ ਮੇਰਾ ਇੰਟਰਸਟ ਸੀਗਾ ਅਤੇ ਇਸ ਕਰਕੇ ਮੈਂ ਰਾਜਨੀਤੀ ਵਿੱਚ ਆਈ। ਇਲੈਕਸ਼ਨ ਤੁਹਾਡਾ ਇੰਟਰਸਟ ਹੁੰਦਾ ਸੀਗਾ ਪੋਲੀਟਿਕਸ ਦੇ ਵਿੱਚ ਕਿ ਮੇਰਾ ਮੇਨਲੀ ਸੋਸ਼ਲ ਵਰਕ ਸੀ ਔਰ ਮੇਰੇ ਫਾਦਰ ਇਨ ਲੋ ਨੇ ਮੈਨੂੰ ਕਾਫੀ ਐਨਕਰੇਜ ਕੀਤਾ। ਕਿਹੜੇ ਇਹੋ ਜਿਹੇ ਕੰਮ ਨੇ ਜਿਹੜੇ ਤੁਸੀਂ ਕਾਉਂਸਲਰ ਬਣਨ ਤੋਂ ਬਾਅਦ ਆਪਣੇ ਵਾਰਡ ਦੇ ਵਿੱਚ ਕਰਵਾਏ ਨੇ? ਮੇਰੇ ਵਾਰਡ ਦੇ ਵਿੱਚ ਥੋੜ੍ਹੀ ਡਿਵੈਲਪਮੈਂਟ ਹੋਣ ਵਾਲੀ ਸੀ, ਜਿੱਦਾਂ ਹਾਊਸ ਦੀ ਜਿਹੜੀ ਫਸਟ ਮੀਟਿੰਗ ਸੀ ਕਾਫੀ ਪਾਸ ਹੋ ਚੁੱਕੇ ਸਨ, ਉਹਨੂੰ ਪਰ 3 ਸਾਲ ਲੱਗ ਗਏ ਔਰ 3 ਸਾਲ ਬਾਅਦ ਉਹ ਥੋੜ੍ਹਾ ਜੋ ਵਿੱਚੋਂ ਕੰਮ ਆ ਉਹ ਹੁਣ ਹੋਣੇ ਸ਼ੁਰੂ ਹੋਏ ਹੈ। ਅਤੇ ਔਰ ਸੀਵਰੇਜ ਦੀ ਸਮੱਸਿਆ ਹੋ ਗਈ ਜਾਂ ਹੋ ਗਈ ਹੈ ਸਾਫ ਸਫਾਈ ਦੀ, ਪਾਰਕ ਵਗੈਰਾ, ਪੌਦੇ ਲਗਾਉਣੇ ਔਰ ਉਹਨਾਂ ਦਾ ਕਾਫੀ ਅਸੀਂ ਮਤਲਬ ਕਿ ਮੇਰੇ ਲੇਡੀਜ਼ ਖੁਦ ਸਹਿਯੋਗ ਕਰ ਰਹੀਆਂ, ਪੌਦੇ ਲਗਾ ਰਹੀਆਂ ਆ। ਔਰ ਜੋ ਕੁਛ ਵੀ ਕਿਸੇ ਦੀ ਜਿੱਦਾਂ ਗਰੀਬਾਂ ਦੀ ਕੁਛ ਵੀ ਜੋ ਮਦਦ ਕਰਨ ਲਈ NGOs ਵੀ ਮੇਰੇ ਨਾਲ ਜੁੜੇ ਹੋਏ ਹਨ। ਵਾਰਡ ਦੀ ਤਰੱਕੀ ਦੇ ਵਿੱਚ ਤੁਹਾਨੂੰ ਕੋਈ ਇਹੋ ਜਿਹੀਆਂ ਕੋਈ ਸਮੱਸਿਆਵਾਂ ਆ ਰਹੀਆਂ ਜਿਨ੍ਹਾਂ ਨੂੰ ਤੁਸੀਂ ਜੂਝ ਰਹੇ ਹੋ, ਜਿਹਨਾਂ ਨਾਲ ਤੁਸੀਂ? ਸਾਨੂੰ ਵਾਰਡ 'ਚ ਦੀ ਡਿਵੈਲਪਮੈਂਟ ਲਈ ਸਮੱਸਿਆ ਤਾਂ ਆ ਰਹੀਆਂ ਕਿਉਂਕਿ ਉੱਥੇ ਕਾਰਪੋਰੇਸ਼ਨ ਦੇ ਜੋ ਵੀ ਸਾਡੇ ਅਸੀਂ ਕੰਮ ਕਹੇ ਹੋਏ ਹਨ ਉਹਨਾਂ ਨੂੰ ਪਾਸ ਹੋਣ ਲਈ 3 ਸਾਲ ਲੱਗ ਗਏ ਔਰ ਉਹਨਾਂ 'ਚੋਂ ਸਿਰਫ 1-2 ਕੰਮ ਹੀ ਆ ਜਿਹੜੇ ਹੋਣ ਜਾ ਰਹੇ ਆ। ਸਾਨੂੰ ਸਫਾਈ ਸੇਵਕਾਂ ਦੀ ਸਮੱਸਿਆ ਆ ਰਹੀ ਹੈ, ਸਾਨੂੰ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਕਿ ਸੀਵਰਮੈਨ ਵੀ ਹੋਣੇ ਚਾਹੀਦੇ ਆ, ਸਫਾਈ ਸੇਵਕਾਂ ਦੀ ਹੋਰ ਭਰਤੀ ਹੋਣੀ ਚਾਹੀਦੀ ਹੈ। ਕੂੜੇ ਦੀ ਸਮੱਸਿਆ ਮਤਲਬ ਪ੍ਰੋਪਰ ਸਾਡੇ ਵਾਰਡ ਦੀ ਵਾਲੀ ਸਾਈਡ 'ਤੇ ਕੋਈ ਇੱਕ ਪ੍ਰੋਪਰ ਡੰਪ ਹੋਣਾ ਚਾਹੀਦਾ। ਤੁਹਾਨੂੰ ਕਦੇ ਲੱਗਦਾ ਕਿ ਤੁਸੀਂ BJP ਦੇ ਕਾਉਂਸਲਰ ਹੋ ਔਰ ਜਿਹੜੀ ਸਰਕਾਰ ਹੈ ਇਸ ਵੇਲੇ ਕਾਂਗਰਸ ਦੀ ਹੈ, ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਇਹ ਪਾਰਟੀਬਾਜ਼ੀ ਕਰਕੇ ਤੁਹਾਨੂੰ ਕੋਈ ਸਮੱਸਿਆ ਆਈ ਹੋਵੇ? ਥੋੜ੍ਹਾ ਬਹੁਤਾ ਪੱਖਪਾਤ ਹੋ ਰਿਹਾ, ਬਾਕੀ ਤੁਸੀਂ ਆਪਣੇ ਆਪ 'ਤੇ ਵੀ ਆ ਕਿ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਣਾ ਆਪਣੇ ਵਾਰਡ ਨੂੰ। ਔਰ ਜੋ ਫੰਡਸ ਵਗੈਰਾ ਸੀਗੇ ਕੰਮ ਦੇ ਸਮਾਜਿਕ ਹੱਕ ਲੈਣਾ ਪੈਂਦਾ ਉਹਦੇ ਲਈ ਤਾਂ ਅਸੀਂ ਜੂਝ ਹੀ ਰਹੇ ਹਾਂ। ਤੁਸੀਂ ਵਾਰਡ ਦੇ ਕਾਉਂਸਲਰ ਹੋ? ਹਾਂਜੀ। ਤੁਹਾਨੂੰ ਤੁਹਾਡੇ ਪਤੀ ਦੇਵ ਸਹਿਯੋਗ ਕਰਦੇ ਨੇ ਇਹਦੇ ਵਿੱਚ? ਹਾਂਜੀ, ਪੂਰਾ ਸਹਿਯੋਗ ਕਰਦੇ ਨੇ ਮੈਨੂੰ। ਇਹ ਕੀ ਸਹਿਯੋਗ ਕਰਦੇ ਜੀ? ਦੇਖੋ ਵਿਡੰਬਣਾ, ਦੇਖੋ ਕਈ ਵਾਰ ਇੱਦਾਂ ਹੁੰਦਾ ਵੀ ਸਾਨੂੰ ਇੱਕ ਪਹਿਲਾਂ ਮੈਨੂੰ ਦੱਸੋ ਕਿ ਇਹ ਜਿਹੜੇ ਕਾਉਂਸਲਰ ਬਣੇ ਨੇ ਇਹ ਲੇਡੀਜ਼ ਵਾਰਡ ਹੋ ਗਿਆ ਸੀ ਕਿ ਵੈਸੇ ਕਾਉਂਸਲਰ ਬਣਨਾ ਚਾਹੁੰਦੇ ਤੁਸੀਂ? ਦੇਖੋ ਲੇਡੀਜ਼ ਵਾਰਡ ਹੋ ਗਿਆ ਸੀ। ਦੇਖੋ ਉਹ ਇੱਦਾਂ ਵੀ ਇਸ ਵਾਰੀ ਪਹਿਲੀ ਵਾਰੀ ਹੋਇਆ ਵੀ ਪਾਰਸ਼ਦ ਤਾਂ ਬਣੇ, ਨਾਲ ਪਾਰਸ਼ਦ ਪਤੀ ਅੱਧੇ ਬਣ ਗਏ। ਤਾਂ ਉਹ ਸਾਡੀ ਵੀ ਡਿਊਟੀ, ਪਹਿਲਾਂ ਪਾਰਸ਼ਦ ਸੀਗੇ ਫਿਰ ਪਾਰਸ਼ਦ ਪਤੀ ਬਣ ਗਏ। ਤਾਂ ਜਿੱਥੇ ਵਾਰਡ ਦੀ ਗੱਲ ਕਰੀਏ ਤਾਂ ਸੇਵਾ ਕਰ ਰਹੇ ਨਾਲ, ਕਿਉਂਕਿ ਰਾਜਨੀਤਿਕ ਤੌਰ 'ਤੇ ਪਾਰਟੀ ਨਾਲ ਜੁੜੇ ਹੋਏ, ਜ਼ਿਲ੍ਹੇ ਦੇ ਵਿੱਚ ਅਹੁਦੇਦਾਰੀ ਵੀ ਹੈਗੀ ਆ। ਔਰ ਸ਼ੁਰੂ ਤੋਂ ਹੀ ਜਦੋਂ ਲਿਆ ਤਾਂ ਪਹਿਲੇ ਹਾਊਸ 'ਚ ਜੋ ਕੰਮ ਹੋਏ ਉਹ ਪਾਸ ਹੋਏ, ਜਿੱਦਾਂ ਰਾਜਾ ਗਾਰਡਨ ਜੋ ਮੇਰੇ ਏਰੀਆ ਉਹਦੇ ਵਿੱਚ ਬਾਜਵਾ ਕਲੋਨੀ, ਓਲਡ ਗ੍ਰੀਨ ਐਵਨਿਊ, ਕੱਚਾ ਕੋਟ, ਰਾਜਾ ਗਾਰਡਨ ਐਕਸਟੈਂਸ਼ਨ, ਭਾਈ ਗੁਰਦਾਸ ਜੀ ਨਗਰ, ਬਾਬਾ ਬਚਿੱਤਰ ਜੀ ਨਗਰ, ਗੁਰੂ ਅਰਜਨ ਦੇਵ ਨਗਰ, ਮਿੱਠੂ ਬਸਤੀ ਦਾ ਏਰੀਆ, ਇਹ ਸਾਰਾ ਮੇਰੇ ਵਾਰਡ ਦੇ ਵਿੱਚ ਆਉਂਦਾ। ਲਗਭਗ ਇਹਨਾਂ ਦੇ ਵਾਰਡ 'ਚ ਆਉਂਦਾ, ਕਾਫੀ ਵੱਡਾ ਵਾਰਡ ਆ। ਔਰ ਜੇ ਕੰਮ ਦੀ ਗੱਲ ਕੀਏ ਤਾਂ ਜਦੋਂ 4 ਮਹੀਨੇ ਸੀ ਉੱਥੋਂ ਰਾਜਾ ਗਾਰਡਨ ਦੀਆਂ ਗਲੀਆਂ, ਉਸ ਤੋਂ ਇਲਾਵਾ
ਜੋ ਰਾਜਾ ਤਾਰਾ ਸਿੰਘ ਐਵਰਿੰਗ ਦੀਆਂ 2 ਗਲੀਆਂ ਬਣੀਆਂ, ਤੇ ਸੀਵਰੇਜ ਜੋ ਹੈ ਜੋ ਮਿੱਠੂ ਬਸਤੀ ਦੇ ਵਿੱਚ 30 ਸਾਲ 'ਚ ਨਹੀਂ ਸੀ ਪਿਆ, ਉਹ 10 ਗਲੀਆਂ ਦਾ ਸੀਵਰੇਜ ਉੱਥੇ ਪਿਆ। ਇਸ ਤੋਂ ਇਲਾਵਾ ਜਿੱਦਾਂ ਕਿਉਂਕਿ ਥੋੜ੍ਹੀ ਜਿਹੀ ਫੰਡਿੰਗ ਦੀ ਪ੍ਰੋਬਲਮ ਰਹੀ ਕਾਰਪੋਰੇਸ਼ਨ ਦੇ ਵਿੱਚ, ਹੁਣ 5-6 ਕੰਮ ਜਿੱਦਾਂ ਕੱਚੇ ਕੋਟ ਦੇ ਸੀਵਰੇਜ ਦਾ, VIP ਕਲੋਨੀ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਐਂਟੀ ਪਾਰਟੀ ਹੈ ਤੇ ਤੁਸੀਂ BJP ਦੇ ਕਾਉਂਸਲਰ ਹੋ, ਤਾਂ ਤੁਹਾਨੂੰ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਇਹਨਾਂ ਸਭ ਦੇ ਵਿੱਚ? ਦੇਖੋ, ਸਰਕਾਰ ਵਿਪਕਸ਼ ਹੋਣਾ, ਸਰਕਾਰ 'ਚ ਨਾ ਹੋਣਾ, ਤੇ ਜਿੱਦਾਂ ਦੱਸਿਆ ਵੀ ਪ੍ਰੋਬਲਮ ਤਾਂ ਆਉਂਦੀ ਆ, ਪੱਖਪਾਤ ਹੁੰਦਾ ਕਾਫੀ। ਜਿੱਦਾਂ ਮੇਰੇ ਵਾਰਡ 'ਚ ਹਜੇ ਵੀ ਜਿਹੜੀ ਫੰਡ ਲੱਗਣੀ ਸੀਗੀ ਕਾਰਪੋਰੇਸ਼ਨ ਤੋਂ ਇਲਾਵਾ, ਜਿਹੜੀ ਫੰਡ ਜਦੋਜਹਿਦ ਜ਼ਿਆਦਾ ਕਰਨੀ ਪੈਂਦੀ ਹੈ, ਉਹ ਨਹੀਂ ਲੱਗੀ। ਤੇ ਉਹਦੇ ਵਿੱਚ ਇਹ ਆ ਵੀ ਜਿੱਦਾਂ ਮੇਨ ਪ੍ਰੋਬਲਮ ਇਹ ਆ ਵੀ ਸਫਾਈ ਸੇਵਕ ਕਈ ਵਾਰਡਾਂ ਦੇ ਵਿੱਚ 50-50 60 ਹੈ। ਮੇਰੇ ਹਿਸਾਬ ਨਾਲ ਜਿੰਨੇ BJP ਦੇ ਕੌਂਸਲਰ ਉਹਨਾਂ ਸਾਰਿਆਂ ਕੋ ਉਹਨਾਂ ਦੀ ਅਨੁਪਾਤ 'ਚ ਨਹੀਂ ਹੈਗੀ, ਉਹ ਕਿਉਂਕਿ ਇਲਾਕੇ ਬਹੁਤ ਵੱਡੇ। ਮੇਰੇ ਖਿਆਲ ਪਿੱਛੇ 31 ਤਰੀਕ ਨੂੰ 26 ਜੋ ਕਰਮਚਾਰੀ ਸੀਗੇ ਜਾਂ ਅਫਸਰ ਸੀਗੇ ਉਹ ਰਿਟਾਇਰ ਹੋਏ। ਉਸ ਹਿਸਾਬ ਨਾਲ ਕਾਰਪੋਰੇਸ਼ਨ ਦੇ ਵਿੱਚ ਨਵੀਂ ਭਰਤੀ ਨਹੀਂ ਹੋ ਰਹੀ, ਚਾਹੇ ਉਹ ਸਫਾਈ ਸੇਵਕ ਆ, ਚਾਹੇ ਉਹ ਸੀਵਰੇਜ ਮੈਨ ਆ। ਇੱਕ ਹਾਰਟੀਕਲਚਰ ਡਿਪਾਰਟਮੈਂਟ ਆ, ਉਹ ਕਦੀ ਗਰਾਊਂਡ 'ਤੇ ਨਜ਼ਰ ਹੀ ਨਹੀਂ ਆਇਆ, ਉਹ ਆਪ ਸਾਨੂੰ ਬੰਦੇ ਲਾ ਕੇ ਕਰਨਾ ਪੈਂਦਾ। ਮਸ਼ੀਨਾਂ ਦਾ ਬਹੁਤ ਜ਼ਿਆਦਾ ਕਾਰਪੋਰੇਸ਼ਨ 'ਚ ਘਾਟਾ, ਚਾਹੇ ਉਹ ਸੁਪਰ ਸੰਕਸ਼ਨ ਮਸ਼ੀਨ ਹੋਣ, ਚਾਹੇ ਉਹ ਕੂੜਾ ਚੱਕਣ ਵਾਲੀਆਂ ਮਸ਼ੀਨਾਂ ਹੋਵੇ, ਤੇ ਚਾਹੇ ਉਹ ਜਿਹਦਾ ਘਰ ਘਰ ਚੱਕਣ ਵਾਲੀਆਂ ਹੋਣ। ਤੋਂ ਕੁੱਲ ਮਿਲਾ ਕੇ ਕਾਫੀ ਕਮੀਆਂ ਵੀ ਹਨ ਕਾਰਪੋਰੇਸ਼ਨ ਦੇ। ਅਸੀਂ ਗਾਏ ਬਾਏ ਜਾ ਕੇ ਮੇਅਰ ਸਾਹਿਬ ਨੂੰ ਦੱਸਦੇ ਵੀ ਰਹੀਦਾ, ਪਰ ਉਹ ਜੇ 100% ਅਸੀਂ ਐਫਰਟ ਕਰਦੇ ਤਾਂ 20% ਉਹਦੀ ਰੈਸੀਪ੍ਰੋਸਿਟੀ ਹੁੰਦੀ ਹੈ, ਤੇ ਉਹ 80% ਦਾ ਗੈਪ ਬਹੁਤ ਜ਼ਿਆਦਾ। ਜੀ, ਕੂੜੇ ਦੇ ਡੰਪ ਦੀ ਜਿਹੜੀ ਸਮੱਸਿਆ ਹੈ ਬਿਲਕੁਲ ਪੂਰੇ ਸ਼ਹਿਰ ਦੀ ਹੈਗੀ ਹੈ। ਇਹ ਅੱਜ ਦੀ ਨਹੀਂ ਹੈਗੀ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦੀ ਸਮੱਸਿਆ ਹੈ। ਇਹਦੇ 'ਤੇ ਕੋਈ ਵੀ ਸਰਕਾਰ, ਕੋਈ ਵੀ ਮੇਅਰ ਆਉਂਦਾ ਤਾਂ ਕੰਮ ਕਿਉਂ ਨਹੀਂ ਕਰਦੇ ਇਹਦੇ 'ਤੇ? ਦੇਖੋ, ਇੱਦਾਂ ਵੀ ਜਦੋਂ ਕਾਰਪੋਰੇਸ਼ਨ ਬਣਿਆ ਜਲੰਧਰ ਸ਼ਹਿਰ, ਉਦੋਂ ਆਬਾਦੀ ਵੀ ਥੋੜ੍ਹੀ ਸੀ, ਅਤੇ ਉਦੋਂ ਸ਼ਾਇਦ ਜਗ੍ਹਾਵਾਂ ਵੀ ਜ਼ਿਆਦੀਆਂ ਸੀ। ਅਸੀਂ ਐਜ਼ ਅ ਕਾਉਂਸਲਰ ਜਾਂ ਜਿੱਦਾਂ ਮੈਂ ਅੱਜ ਤੁਸੀਂ ਕਦੋਂ ਦੇ ਕਾਉਂਸਲਰ ਹੈਗੇ? ਤੁਹਾਡੇ ਪਾਪਾ ਜੀ ਵੀ ਕਾਉਂਸਲਰ ਸੀਗੇ? ਪਹਿਲਾਂ 2007 ਤੋਂ 12 ਤੱਕ ਰਹੇ, ਫਿਰ ਮੈਂ ਇਲੈਕਸ਼ਨ ਲੜਿਆ ਹੁਣ ਐਤਕੀ ਸ਼੍ਰੀਮਤੀ ਜੀ ਨੇ। ਔਰ ਕੂੜੇ ਦੀ ਸਮੱਸਿਆ ਤਾਂ ਇਹੋ ਜਿਹੀ ਆ ਵੀ ਜਿੱਥੇ ਖਾਲੀ ਪਲਾਟ ਹੋਵੇ ਉੱਥੇ ਅਸੀਂ ਵੀ ਕਸਰ ਨਹੀਂ ਛੱਡਦੇ ਉਹਨੂੰ ਡੰਪ ਬਣਾਉਣ ਦੀ। ਔਰ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਮਸ਼ੀਨਰੀ ਦਾ, ਜਿੱਦਾਂ ਮੈਂ ਦੱਸ ਸਕਦਾ, ਟਿੱਪਰਾਂ ਦਾ ਘਾਟਾ, ਚੱਕਣ ਵਾਲੀਆਂ ਮਸ਼ੀਨਾਂ ਦਾ ਘਾਟਾ, ਉਹਦੇ ਵਿੱਚ ਵੀ। ਜਾਂ ਜਿੱਦਾਂ ਅਸੀਂ ਹਜੇ ਤੱਕ ਸੁਨਿਸ਼ਚਿਤ ਨਹੀਂ ਕਰ ਰਹੇ ਵੀ 2 ਵਾਰਡਾਂ ਦਾ ਕੋਈ ਇੱਕ ਵੱਖਰਾ ਕਵਰਡ ਡੰਪ ਬਣਾ ਦਈਏ, ਕਿਉਂਕਿ ਦੇਖੋ ਹਰ ਘਰ ਦੇ ਵਿੱਚ ਮੇਰੇ ਹਿਸਾਬ ਨਾਲ ਸਵੇਰੇ ਇੱਕ ਬਾਲਟੀ ਕੂੜੇ ਦੀ ਭਰੀ ਹੁੰਦੀ। ਹੁਣ ਤਾਂ ਸੁੱਕਾ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਇੱਕ, ਕਿਉਂਕਿ 2021 ਦੇ ਵਿੱਚ ਸਵੱਛਤਾ ਸਰਵੇਖਣ ਹੋਣਾ ਸਮਾਰਟ ਸਿਟੀ ਦਾ, ਔਰ ਜੇ ਜਲੰਧਰ ਸ਼ਹਿਰ ਦਾ ਉਹਦੇ ਵਿੱਚ ਕੋਈ ਵਧੀਆ ਗ੍ਰੇਡ ਹੁੰਦਾ, ਕਿਉਂਕਿ ਸੈਂਟਰਲ ਗੌਰਮੈਂਟ ਦੀ ਏਡਸ ਕਾਫੀ ਉਹਦੇ ਵਿੱਚ ਮਿਲ ਜਾਂਦੀਆਂ, ਉਹਦੀਆਂ ਗ੍ਰਾਂਟਸ ਕਾਫੀ ਮਿਲਦੀਆਂ। ਤਾਂ ਸਾਰਾ ਜ਼ੋਰ ਇਸ ਟਾਈਮ ਕਾਰਪੋਰੇਸ਼ਨ ਦਾ ਉੱਤੇ ਵੀ ਲੱਗਾ। ਐਜ਼ ਅ ਕਾਉਂਸਲਰ ਸਾਨੂੰ ਵੀ ਸਹਿਯੋਗ ਲੈਂਦੇ ਆ, ਅਸੀਂ ਉਹਦਾ ਫੁੱਲ ਕਰਦੇ ਹਾਂ ਸਹਿਯੋਗ। ਅੱਜ ਮੈਂ ਹਮੇਸ਼ਾ ਇਹੀ ਕਹਿੰਦਾ ਰਹਿੰਦਾ ਵੀ ਜਿਹੜਾ ਕੂੜਾ ਹੁੰਦਾ ਇਹ ਇਕੱਲਾ ਕਿਸੇ ਸਫਾਈ ਸੇਵਕ ਦੀ, ਕਿਸੇ ਸੁਪਰਵਾਈਜ਼ਰ ਦੀ, ਕਿਸੇ ਕਾਉਂਸਲਰ ਦੀ ਜ਼ਿੰਮੇਵਾਰੀ ਨਹੀਂ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਜਦੋਂ ਮੈਂ ਆਪਣਾ ਘਰੋਂ ਲਿਫਾਫਾ ਲੈ ਕੇ ਸੜਕ 'ਤੇ ਸਿੱਟ ਰਿਹਾ, ਤੇ ਉਹ ਮੇਰੇ ਹਿਸਾਬ ਨਾਲ ਉਹ ਸਭ ਤੋਂ ਵੱਡਾ ਪਾਪ ਕਰ ਰਿਹਾ, ਜਿੱਥੇ ਮੈਂ ਬਿਮਾਰੀ ਆਪਾਂ ਇਹ ਗੱਲ ਤਾਂ ਕਹਿ ਦਿੰਦੇ ਹੈਗੇ, ਪਰ ਕਾਰਪੋਰੇਸ਼ਨ ਨੇ ਕਿੰਨੇ ਕੁ ਡਸਟਬਿਨ ਲਗਾਏ ਨੇ ਕਿ ਜਿਹਦੇ ਵਿੱਚ ਮੈਂ ਕੂੜਾ ਸਿੱਟ ਦਿਆਂ। ਮੈਂ ਕਈ ਵਾਰੀ ਮਹਿਸੂਸ ਕੀਤਾ ਕਿ ਮੈਂ ਗੱਡੀ 'ਚ ਜਾ ਰਿਹਾ, ਮੈਂ ਕੋਲਡ ਡਰਿੰਕ ਮੈਂ ਸਿੱਟਣ ਲੱਗੇ, ਮੈਂ ਸੋਚਦਾ ਮੈਂ ਨਹੀਂ ਬਾਹਰ ਸਿੱਟਣਾ ਹੈਗਾ, ਮੈਂ ਉਹਨੂੰ ਘਰ ਤੱਕ ਲੈ ਆਉਣਾ, ਰਸਤੇ 'ਚ ਮੈਂ ਸਿੱਟਣਾ ਚਾਹੁੰਦਾ ਕਿਤੇ ਮੈਨੂੰ ਕੋਈ ਨਜ਼ਰ ਆ ਜਾਵੇ ਡਸਟਬਿਨ ਜਿੱਥੇ ਮੈਂ ਸਿੱਟਾਂ। ਅਸੀਂ ਫੋਰਨ ਕੰਟਰੀਜ਼ ਦੇ ਵਿੱਚ ਵੀ ਜਾਂਦੇ ਹੈਗੇ, ਉੱਥੇ ਸਾਡਾ ਦਿਲ ਹੀ ਨਹੀਂ ਕਰਦਾ ਕਿ ਸੜਕ ਸਿੱਟ ਸਕੀਏ। ਅਸੀਂ ਥੋੜ੍ਹਾ ਜਿਹਾ ਅੱਗੇ ਜਾਣੇ ਡਸਟਬਿਨ ਪਿਆ ਹੁੰਦਾ ਜਿੱਥੇ ਅਸੀਂ ਸਿੱਟ ਸਕੀਏ। ਤੁਹਾਨੂੰ ਨਹੀਂ ਲੱਗਦਾ ਹੈ ਕਿ ਸਰਕਾਰ ਵੱਲੋਂ ਕਮੀ ਹੈ? ਔਰ ਇੱਕ ਮੈਂ ਕਮੀ ਤੁਹਾਡੀ ਹੋਰ ਗਿਣਾਉਣਾ ਚਾਹਾਂਗਾ, ਸਾਰੀ ਦਿਹਾੜੀ ਰੇਡੀਓ 'ਤੇ ਵੀ ਐਡ ਆਉਂਦੀ ਹੈ, TV 'ਤੇ ਵੀ ਐਡ ਆਉਂਦੀ ਹੈ ਕਿ ਨੀਲਾ ਇੱਕ ਰੱਖੋ ਤੁਸੀਂ ਡਸਟਬਿਨ, ਤੇ ਇੱਕ ਰੱਖੋ ਹਰਾ। ਨੀਲੇ ਦੇ ਵਿੱਚ ਸੁੱਕਾ ਪਾਓ ਅਤੇ ਹਰੇ ਦੇ ਵਿੱਚ ਗਿੱਲਾ ਪਾਓ। ਇਹ ਸਾਰੀ ਚੀਜ਼ ਮੈਂ ਆਪਣੇ ਘਰ ਦੇ ਵਿੱਚ ਇੰਪਲੀਮੈਂਟ ਕਰਤੀਆਂ, 2 ਡਸਟਬਿਨ ਲਿਆ ਕੇ ਦੇਤੇ, ਪਰ ਮੇਰਾ ਕੂੜਾ ਜਿਹੜਾ ਚੱਕਣ ਦਾ ਚੱਕ ਕੇ ਦੋਨੇ ਮਿਕਸ ਕਰ ਦਿੰਦਾ, ਉਹਦਾ ਫਾਇਦਾ ਕੀ ਹੋਇਆ ਸਾਨੂੰ 2 ਦੁਕਾਨ? ਦੇਖੋ, ਉਹਦੇ ਵਿੱਚ ਵਾਕਈ ਮੈਂ ਜਿੱਦਾਂ ਅੱਗੇ ਕਿਹਾ ਵੀ ਇਹ ਕਾਰਪੋਰੇਸ਼ਨ ਨੇ ਹੀ ਇਹਦੀ ਸਿੱਖਿਆ ਜਾਣੀ ਜੋ ਜਲੰਧਰ ਦੇ ਵਿੱਚ ਚੱਲ ਰਿਹਾ। ਲਗਭਗ ਇਹ ਹਾਊਸ ਦੀ ਮੀਟਿੰਗ ਦੇ ਵਿੱਚ ਬਕਾਇਦਾ ਬਾਈ ਨੇਮ ਇਹਨਾਂ ਦੇ ਨਾਂ 2000 ਦੇ ਇਹੋ ਜਿਹੇ ਪ੍ਰਾਈਵੇਟ ਕੂੜਾ ਚੱਕਣ ਵਾਲੇ ਸਾਡੇ ਸਾਥੀ ਹਨ, ਜਿਹਨੂੰ ਕਾਰਪੋਰੇਸ਼ਨ ਨੇ ਮਾਨਤਾ ਦਿੱਤੀ ਹੋਈ ਜੀ। ਉਹ ਕਹਿੰਦੇ ਵੀ ਤੁਸੀਂ ਕੰਮ ਕਰ ਰਹੇ ਆ, ਅਲਟੀਮੇਟਲੀ ਇਹ ਕੰਮ ਕਾਰਪੋਰੇਸ਼ਨ ਨੂੰ ਕਰਨਾ ਸੀ ਜਿਹੜਾ ਉਹ ਕਰ ਰਹੇ ਆ, ਔਰ ਉਹਨਾਂ ਨੂੰ ਰੇਹੜੀਆਂ ਵੀ ਲੈ ਕੇ ਦਿੱਤੀਆਂ ਹੋਈਆਂ। ਤੇ ਹੁਣ ਸਵਾਲ ਆ ਵੀ ਇਹ ਕੰਮ ਜਿਹੜਾ ਉਹ ਕਰ ਰਹੇ ਆ, ਉਹ ਕਾਰਪੋਰੇਸ਼ਨ ਜੇ ਆਪ ਰਿਕਰੂਟਮੈਂਟ ਕਰੇ ਆਪਣੇ ਪੜ੍ਹੇ ਲਿਖੇ ਬੰਦਿਆਂ ਤੋਂ, ਜਿੱਦਾਂ ਆਪਾਂ ਵੀ ਤੁਸੀਂ ਦੇਖੀਦਾ
6 ਵਜੇ ਤੋਂ ਪਹਿਲਾਂ ਗੱਡੀ ਆਉਂਦੀ ਹੈ, ਸੁੱਕਾ ਕੂੜੇ ਵਾਲੀ ਵੱਖਰੀ ਹੁੰਦੀ, ਗਿੱਲੇ ਵਾਲੀ ਵੱਖਰੀ। ਉਹ ਗੱਡੀ ਲਿਜਾ ਕੇ 6 ਵਜੇ ਤੋਂ ਬਾਅਦ ਉਹ ਤੁਹਾਨੂੰ ਕੂੜਾ ਨਹੀਂ ਲੈ ਜਾਂਦਾ। ਇੱਥੇ ਸਾਡੇ ਹਜੇ ਤੱਕ ਉਹ ਗੱਡੀਆਂ ਢੱਕ ਨਹੀਂ ਹੋਈਆਂ, ਨਹੀਂ ਢੱਕ ਹੋਈਆਂ। ਉਹ ਕੂੜੇ ਦੀ ਗੱਡੀ ਜਿਹੜੀ ਰਸਤੇ 'ਚ ਗੰਦ ਪਾਉਂਦੀ ਜਾਂਦੀ ਪਿਛਲੇ ਟਰਮ ਦੇ ਵਿੱਚ ਸ਼ਾਇਦ ਮੇਅਰ ਸਾਹਿਬ ਸੀ, ਉਹਨਾਂ ਨੇ ਛੋਟੇ ਬਕਸੇ ਲਵਾਏ ਔਰ ਅੱਜ ਦੀ ਤਰੀਕ 'ਚ ਇਕੱਲੇ ਉਹੀ ਨਜ਼ਰ ਆਉਂਦੇ, ਵਿੱਚੋਂ ਬਕਸੇ ਹੀ ਗਾਇਬ ਆ। ਤੋ ਜੇ ਉਨੇ ਹੀ ਵਾਪਸ ਲੱਗ ਜਾਣ ਤਾਂ ਜਿੱਦਾਂ ਵਾਕਈ ਕਈ ਵਾਰੀ ਬੰਦਾ ਸੋਚਦਾ ਵੀ ਮੈਂ ਨਹੀਂ ਸੁੱਟਣਾ, ਔਰ ਉਹਨੇ ਡਸਟਬਿਨ ਨਜ਼ਰ। ਇਹ ਕਮੀਆਂ ਇਹ ਕਾਰਪੋਰੇਸ਼ਨ ਦੀਆਂ ਸਾਡੀਆਂ। ਨਹੀਂ, ਇਹ ਕਮੀ ਆਪਣੀ ਕਹਿ ਸਕਦੇ ਆਪਾਂ। ਅੱਜ ਮੈਂ ਇੱਥੇ ਆ ਤੇ ਮੈਂ ਸਿੱਟ ਦਿੰਦਾ ਕੂੜਾ, ਮੈਂ ਇੱਥੇ ਦਾ ਵਾਸੀ ਹਾਂ, ਮੈਂ ਇੱਥੇ ਸਿੱਟ ਦਿੰਦਾ ਕੂੜਾ। ਪਰ ਜਦੋਂ ਮੈਂ ਫੋਰਨ ਜਾਣਾ ਮੈਂ ਨਹੀਂ ਸਿੱਟਦਾ, ਮੈਂ ਤਾਂ ਉਹੀ ਹਾਂ। ਮੈਂ ਕਿੱਦਾਂ ਚੇਂਜ ਹੋ ਜਾਂਦਾ? ਇਹਦਾ ਮਤਲਬ ਮੇਰੇ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵਿੱਚ ਅਸੀਂ ਗਲਤ। ਮੈਂ ਜਿੱਦਾਂ ਅੱਜ ਵੀ ਇੰਡਸਟਰੀਅਲ ਵੇਸਟ ਇੱਕ ਪਲਾਟ 'ਚ ਸੁੱਟਿਆ ਹੋਇਆ ਸੀ ਤੇ ਮੈਂ ਲਾਈਵ ਹੋ ਕੇ ਅਨੁਗ੍ਰਹਿ ਉਹਨਾਂ ਨੂੰ ਵੀ ਕੀਤਾ ਵੀ ਤੁਸੀਂ ਇੱਦਾਂ ਨਾ ਕਰੋ। ਤੇ ਕਈ ਵਾਰੀ ਇੱਦਾਂ ਵੀ ਜਿੱਦਾਂ ਕਮੀ ਇਹ ਹੈ ਵੀ ਇਹਦਾ ਸਟਿੰਜੈਂਟ ਲਾਅ ਨਹੀਂ ਹੈ, ਉਹਨੂੰ ਬਕਾਇਦਾ ਇਹਦਾ ਮੈਂ ਤਾਂ ਕਿਹਾ ਸੀ ਵੀ ਸਟੈਂਡਿੰਗ ਆਰਡਰ ਪਵਾਉਣਾ ਚਾਹੀਦਾ ਕਮਿਸ਼ਨਰ ਸਾਹਿਬ ਨੂੰ। ਸਟੈਂਡਿੰਗ ਆਰਡਰ ਦੀ ਜੇ ਉਹ ਕਰਦਾ ਤਾਂ 188 ਦੀ ਕਾਰਵਾਈ ਉਹਨਾਂ 'ਤੇ ਹੋਣੀ ਚਾਹੀਦੀ ਜਿਹੜੇ ਇੱਦਾਂ ਸਿੱਟਦੇ ਆ। ਕੋਈ ਕਾਰਵਾਈ ਕਿਸੇ ਤੇ ਪਿੱਛੇ ਚਰਚਾ ਹੋਈ ਸੀ ਕਿਉਂਕਿ ONM ਦੇ ਮੈਡਮ ਮੈਂਬਰ ਵੀ ਨੇ, ਤੋ ਉਦੋਂ ਇਹ ਸਲਾਹ ਦੇ ਕੇ ਆਇਆ ਸੀ ਕਿਉਂਕਿ ਗਾਏ ਬਗਾਏ ਆਉਂਦੇ ਆ ਰਾਤ ਬਰਾਤੇ। ਜਿੱਦਾਂ ਅਸੀਂ ਕਹੀਦਾ ਸੁਪਰਵਾਈਜ਼ਰ ਨੂੰ ਇੰਸਪੈਕਟਰ ਨੂੰ ਕਹਿੰਦੇ ਦਿਨ ਦੀ ਡਿਊਟੀ ਰਾਤ 24 ਘੰਟੇ ਅਸੀਂ ਕੂੜੇ ਦੇ ਪਹਿਰਾ ਤਾਂ ਨਹੀਂ ਦੇ ਸਕਦੇ। ਪਰ ਉਹ ਜਿੱਦਾਂ ਉਹੀ ਮੈਂ ਕਿਹਾ ਇੱਕ ਤਾਂ ਸਾਡੀ ਆਪਣੀ ਡਿਊਟੀ ਹੈ। ਕਈ ਨਿਊਸੈਂਸ ਕ੍ਰੀਏਟ ਕਰਨ ਵਾਲੇ ਜਾਂ ਮਿਸਚੀਵੀਅਸ ਲੋਕ ਆ ਉਹ ਇੱਦਾਂ ਕਰ ਵੀ ਜਾਂਦੇ ਆ। ਉਹਦੇ ਵਾਸਤੇ ਇਹ ਆ ਵੀ ਉਹਨਾਂ ਨੂੰ ਪਨਿਸ਼ਮੈਂਟ ਦੇਣ ਲਈ ਮੇਰੇ ਹਿਸਾਬ ਨਾਲ ਕਾਰਪੋਰੇਸ਼ਨ ਦੇ ਵਿੱਚ ਕੋਈ ਅਮਲਾ ਨਜ਼ਰ ਨਹੀਂ ਆਉਂਦਾ ਗਰਾਊਂਡ 'ਤੇ। ਮੈਂ ਜੋ ਮਹਿਸੂਸ ਕਰਦਾ ਕਿ ਆਪਾਂ ਉਹਨੂੰ ਸਜ਼ਾ ਦੇਣ ਦੀ ਬਜਾਏ ਆਪਣਾ ਸਿਸਟਮ ਚੇਂਜ ਕਰੀਏ ਤਾਂ ਜ਼ਿਆਦਾ ਵਧੀਆ। ਉਹਦਾ ਤਾਂ ਕਸੂਰ ਹੀ ਨਹੀਂ ਹੈ, ਕੂੜਾ ਤਾਂ ਕਿਤੇ ਨਾ ਕਿਤੇ ਸਿੱਟਿਆ ਜਾਏਗਾ ਨਾ। ਉਹ ਕਿੱਥੇ ਸਿੱਟੇ? ਜਾਂ ਤਾਂ ਸਾਨੂੰ ਜਗ੍ਹਾ ਦਿੱਤੀ ਜਾਵੇ ਕਿ ਇੱਥੇ ਕੂੜਾ ਸਿੱਟਣਾ ਹੈ, ਕੋਈ ਡਸਟਬਿਨ ਹੋਵੇ ਜਾਂ ਕੁਛ ਹੋਵੇ। ਬੰਦੇ ਦਾ ਕੀ ਕਸੂਰ? ਇਹਦੀ ਮੰਗ ਅਸੀਂ ਕਾਰਪੋਰੇਸ਼ਨ ਦੇ ਵਿੱਚ ਜਿੱਦਣ ਪਹਿਲੇ ਦਿਨ ਕਾਰਪੋਰੇਸ਼ਨ ਗਏ ਸੀ ਉਸ ਦਿਨ ਕਰ ਰਹੇ। ਮੈਂ ਉਹੀ ਗੱਲ ਕਹੀ ਵੀ ਕੋਈ ਵੀ ਬੰਦਾ ਕਹਿੰਦਾ ਵੀ ਮੈਂ ਸਿੱਟਾਂ ਕਿੱਥੇ, ਉਹਦੇ ਵਿੱਚ ਫਿਰ ਕਈ ਵਾਰੀ ਰਾਜਨੀਤੀ ਵੀ ਆੜੇ ਆ ਜਾਂਦੀ ਹੈ। ਕਿਤੇ ਗੱਲ ਕਰਨਾ ਹੋਵੇ 2 ਮਹੱਲੇ ਵਾਲੇ ਕਹਿੰਦੇ ਸਾਰੇ ਮਹੱਲੇ ਦਾ ਕੂੜਾ ਤੁਸੀਂ ਸਾਡੇ ਸਿੱਟਣੇ। ਇਹਦੇ ਵਿੱਚ ਤਾਂ ਮੈਂ ਇਹ ਕਹਾਂਗਾ ਕਿਤੇ ਲੋਕਾਂ ਨੂੰ ਲੜਾਉਣ ਨਾਲੋਂ ਜਿੱਥੇ ਕਾਰਪੋਰੇਸ਼ਨ ਦੀ ਜਗ੍ਹਾ ਪਈ ਹੈ ਉੱਥੇ ਲੋਕਾਂ ਨੂੰ ਕੌਨਫੀਡੈਂਸ 'ਚ ਲੈ ਕੇ ਇਹ ਗੱਲਾਂ ਦੱਸਣੀਆਂ ਪੈਣਗੀਆਂ ਵੀ ਜੇ ਕੂੜਾ ਚੱਕਣਾ ਤਾਂ ਸਿੱਟਣਾ ਤਾਂ ਹੈ। ਉਹ ਇੱਕ ਹਜੇ ਤੱਕ ਮੇਰੇ ਹਿਸਾਬ ਨਾਲ ਅਸੀਂ ਜਗ੍ਹਾ ਦਿਖਾਈ ਵੀ ਸੀ, ਇਹ ਨਹੀਂ ਹੋ ਸਕੀ, ਐਗਜ਼ੀਕਿਊਟ ਨਹੀਂ ਹੋ ਸਕੀ। ਇਹ 'ਚ ਕਮੀਆਂ ਮੈਂ ਕਹਾਂਗਾ ਹੈ ਕਾਰਪੋਰੇਸ਼ਨ। ਇਹ ਬਹੁਤ ਵੱਡੀ ਕਮੀ। ਕੁਛ ਦੇਸ਼ ਹੈਗੇ ਨੇ ਜਿਹੜੇ ਜਿੱਦਾਂ ਸਿੰਗਾਪੁਰੀ ਕੂੜੇ ਤੋਂ ਬਿਜਲੀ ਪੈਦਾ ਕਰ ਦਿੰਦੇ ਨੇ, ਕੂੜੇ ਤੋਂ ਕਮਾਈ ਕਰਦੇ ਨੇ ਉਲਟਾ। ਅਸੀਂ ਕੂੜੇ ਤੇ ਸਾਡਾ ਦੇਸ਼ ਪੈਸੇ ਖਰਚ ਕੇ ਵੀ ਕੂੜਾ ਨਹੀਂ ਚੁਕਵਾ ਰਿਹਾ। ਬੜਾ ਦੁੱਖ ਹੁੰਦਾ। ਆਪਾਂ ਜਦੋਂ ਜਾਈਏ, ਮੈਂ ਕਚਹਿਰੀ ਜਾਣਾ ਕਪੂਰਥਲਾ ਰੋਡ ਤੇ 3 ਜਗ੍ਹਾ ਮੇਨ ਰੋਡ ਤੇ ਪਿਆ ਹੁੰਦਾ। ਉਹ ਮੈਂ ਕਈ ਵਾਰ ਸੋਚਦਾ ਨਾ ਜੇ ਕੋਈ ਬਾਹਰਲਾ ਬੰਦਾ ਆਵੇ ਕਹਿੰਦਾ ਇਹਨਾਂ ਦਾ ਸਾਡੇ ਸ਼ਹਿਰ ਨੂੰ ਬਹੁਤ ਗੰਦਾ ਬੜਾ ਮੇਰੇ ਹਿਸਾਬ ਨਾਲ ਧੱਬਾ ਲੱਗਾ। ਉਹ ਦੁੱਖ ਹੁੰਦਾ ਇਸ ਚੀਜ਼ ਦਾ, ਬੜਾ ਦੁੱਖ ਹੁੰਦਾ। ਔਰ ਇਸ ਤੇ ਕਮਿਸ਼ਨਰ ਸਾਹਿਬ ਨੂੰ ਥੋੜਾ ਸੰਜੀਦਾ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ। ਮੈਂ ਤਾਂ ਲਾਈਵ ਹੋ ਕੇ ਵੀ ਕਹਿੰਦਾ ਕਈ ਅਫਸਰ ਕਈ ਤਾਂ ਬਹੁਤ ਵਧੀਆ ਹਨ ਔਰ ਮੈਜੋਰਟੀ ਆਫ ਅਫਸਰ ਐਸੀ ਕਮਰਿਆਂ 'ਚ ਬੈਠੇ ਆ। ਮੈਂ ਇਹਨਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਆ ਕੇ ਗਰਾਊਂਡ 'ਚ ਦੇਖੋ, ਤੁਹਾਨੂੰ ਜਲੰਧਰ ਵਾਸੀਆਂ ਦਾ ਦੁੱਖ ਨਜ਼ਰ। ਬਿਲਕੁਲ ਕਹਿੰਦੇ ਕਿ ਇੱਥੇ ਕੂੜਾ ਪਿਆ, ਸਾਨੂੰ ਕੋਈ ਕੰਪਲੇਂਟ ਹੀ ਨਹੀਂ। ਤੇ ਕੰਪਲੇਂਟ ਦੀ ਕੀ ਜ਼ਰੂਰਤ ਹੈ? ਪੋਰਟਲ ਬਣਿਆ mcj.complaints.in। ਕਈ ਵਾਰੀ ਕੰਪਲੇਂਟ ਕਰੀਦੀ ਆ ਤੇ 30 ਦਿਨ ਦੇਖੀਦਾ ਤੇ ਉੱਤੇ ਲਿਖ ਦਿੱਤਾ ਰਿਜ਼ੋਲਵਡ। ਉਹ ਪਤਾ ਨਹੀਂ ਉਹਨੇ ਆਟੋਮੈਟਿਕ ਇਹੋ ਜਿਹਾ ਸਿਸਟਮ ਕੀਤਾ ਵੀ ਤੀਜੇ ਦਿਨ ਰਿਜ਼ੋਲਵਡ ਕਹਿ ਦੇਣਾ। ਗਰਾਊਂਡ ਤੇ ਮੇਰੇ ਖਿਆਲ ਉਹ ਤੋਂ ਜ਼ਿਆਦਾ ਕੰਮ ਖਰਾਬ ਹੋਇਆ ਹੁੰਦਾ ਜੀ। ਮਤਲਬ ਕਿਸੇ ਚੀਜ਼ ਤੇ ਕੋਈ ਕੰਮ ਨਹੀਂ ਹੋ ਰਿਹਾ ਹੈਗਾ। ਆਪਾਂ ਕਿਹਦਾ ਕਸੂਰ ਕੱਢੀਏ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਰਕਾਰ ਦਾ ਕੱਢੀਏ ਕਿ ਲੋਕਾਂ ਦਾ ਕੱਢੀਏ। ਹੋਰ ਤੁਹਾਡੇ ਕਿਹੜੇ ਕਿਹੜੇ ਸ਼ੌਂਕ ਨੇ? ਮੈਨੂੰ ਜੀ ਪੜ੍ਹਨ ਦਾ ਸ਼ੌਂਕ ਹੈ ਤੇ ਕਵਿਤਾਵਾਂ ਲਿਖਣ ਦਾ ਸ਼ੌਂਕ ਹੈ। ਇਹ ਸ਼ੌਂਕ ਤੁਹਾਨੂੰ ਕਿਦੋਂ ਜਾਗਿਆ? ਕਵਿਤਾਵਾਂ ਤਾਂ ਮੈਂ ਚਲੋ 8 9 ਜਦ ਬਚਪਨ ਤੋਂ ਹੀ ਲਿਖ ਰਹੀ ਸੀ। ਮੈਂ ਜਿੱਦਾਂ ਸਕੂਲ 'ਚ ਟੀਚਰਸ ਨੇ ਅਲਮਾਰੀ 'ਚ ਕੁਛ ਲੈਣ ਭੇਜਣਾ ਸਰਕਾਰੀ ਸਕੂਲ 'ਚ, ਜਦੋਂ ਤਾਂ ਉਹਦੇ ਅਲਮਾਰੀ ਤੇ ਕੋਈ ਕਵਿਤਾ ਲਿਖਣੀ। ਉਸ ਟਾਈਮ ਨਹੀਂ ਨੌਲੇਜ ਹੁੰਦੀ ਸੀ ਵੀ ਮੈਂ ਉਹਨੂੰ ਕਾਪੀ 'ਚ ਉਤਾਰ ਲਵਾਂ। ਪਰ ਤੁਸੀਂ ਲਾਅ ਕੀਤੀ ਹੈ ਨਾ, ਤੁਸੀਂ ਤਾਂ ਹਾਂਜੀ ਤੁਸੀਂ ਲਾਅ ਕਰਦੇ ਕਰਦੇ ਇਹਨਾਂ ਨੂੰ ਇਨਲੌਜ਼ ਬਣਾ ਲਿਆ। ਇਸ ਤੋਂ ਇਲਾਵਾ ਇੱਕ ਜਿਹੜਾ ਹਾਥਰਸ ਗੈਂਗ ਰੇਪ ਦਾ ਮਸਲਾ ਇੰਨਾ ਭਖਿਆ ਹੋਇਆ, ਇੰਨੀਆਂ ਪਾਰਟੀ ਸਾਰੀਆਂ ਉਹ ਕੈਂਡਲ ਮਾਰਚ ਕਰ ਰਹੀਆਂ ਜਾਂ ਕੁਝ ਕਰ ਰਹੀਆਂ ਹੈਗੀਆਂ, ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਹੋ? ਇਹ ਜਿਹੜਾ ਇਹ ਅੱਜ ਕੱਲ੍ਹ ਘਟਨਾਵਾਂ ਹੋ ਰਹੀਆਂ, ਇੱਕ ਨਹੀਂ, ਆਪਾਂ ਗੱਲਾਂ ਮਨੀਸ਼ਾ ਦਾ ਨਹੀਂ ਕਹਿ ਸਕਦੇ, ਬਹੁਤ ਸਾਰੀਆਂ ਹੋ ਰਹੀਆਂ ਘਟਨਾਵਾਂ ਔਰ ਇਹ ਕਾਫੀ ਗੰਭੀਰ ਮੁੱਦਾ ਹੈ। ਇਹਨੂੰ ਜੇ ਆਪਾਂ ਰਾਜਨੀਤੀ ਰੰਗ ਨਾ ਦਈਏ ਤਾਂ ਵਧੀਆ ਗੱਲ ਹੈ, ਕਿਉਂਕਿ ਇਹ ਆਪਣੀ ਧੀ ਦੀ ਗੱਲ ਆ। ਤੇ ਕਿਉਂਕਿ ਪੁਰਾਣੇ ਸਮਿਆਂ 'ਚ ਜੋ ਕਹਿ ਰਹੇ ਸੀ ਨਾ ਕਿ ਧੀਆਂ ਸਾਰਿਆਂ ਦੀ ਸਾਂਝੀਆਂ ਹੁੰਦੀਆਂ, ਤੇ ਉਹ ਅੱਜ ਸਮਝ ਆਉਂਦਾ ਕਿਉਂ ਕਹਿ ਰਹੇ ਸੀ। ਮੈਂ ਤੁਹਾਡੀ ਫੇਸਬੁੱਕ ਤੇ ਨਾ ਇੱਕ ਕਵਿਤਾ ਸੁਣੀ ਸੀਗੀ ਕਿ ਇੱਕ ਮੈਸੇਜ ਸੀਗਾ ਉੱਤੇ ਕਵਿਤਾ ਦੇ ਰੂਪ ਦੇ ਵਿੱਚ ਕਿ ਹੋਰ ਦਰਿੰਦਗੀ ਨਹੀਂ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕਵਿਤਾ ਇੱਕ ਸਫੀਸ਼ੀਐਂਟ ਹੈ ਇਸ ਚੀਜ਼ ਲਈ ਕਿ ਇਹਦੇ ਨਾਲ ਜਿਹੜੇ ਰੇਪ ਰੁਕ ਜਾਣਗੇ?
ਕਵਿਤਾਵਾਂ ਨਾਲ ਜਾਂ ਮੈਨੂੰ ਲੱਗਦਾ ਕੈਂਡਲ ਮਾਰਚ ਨਾਲ ਤਾਂ ਰੇਪ ਨਹੀਂ ਰੁਕਣੇ, ਪਰ ਹਰ ਜਗ੍ਹਾ ਤੇ ਇਹੀ ਹੋ ਰਿਹਾ। ਹਰ ਇੱਕ ਜੋ ਦਿਲ 'ਚ ਤੁਹਾਡੇ ਦਰਦ ਹੁੰਦਾ ਜੋ ਤੁਸੀਂ ਆਪਣਾ ਬਿਆਨ ਕਰਦੇ ਆ, ਉਹਦੇ ਕਰਕੇ ਮੈਨੂੰ ਮਤਲਬ ਕਿ ਲੱਗਾ, ਇਸ ਲਈ ਮੈਂ ਬਸ ਹੋਰ ਦਰਿੰਦਗੀ ਨਹੀਂ ਤੇ ਇੱਥੇ ਕੁਝ ਲਾਈਨਾਂ ਲਿਖੀਆਂ ਸੀ, ਕਿਉਂਕਿ ਮੈਨੂੰ ਥੋੜਾ ਅੰਦਰੋਂ ਫੀਲ ਹੋ ਰਿਹਾ ਸੀ ਕਿ ਆਪਾਂ ਆਪਣੇ ਆਪਣਾ ਵਿਚਾਰ ਪੇਸ਼ ਕਰਾਂਗੇ, ਕਿਸੇ ਦੀ ਮਾਨਸਿਕਤਾ ਨੂੰ ਆਪਾਂ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ, ਹੈਂਡਲ ਕਰ ਸਕਦੇ ਹਾਂ ਕਿ ਉਹਦੀ ਸੋਚ ਨੂੰ ਬਦਲਣਾ ਹੀ ਜ਼ਰੂਰੀ ਆ। ਕਿਉਂਕਿ ਜਿਹੜਾ ਧੀ ਦਾ ਨਾ ਕੋਈ ਧਰਮ, ਨਾ ਮਜ਼ਹਬ, ਨਾ ਕੋਈ ਜਾਤ ਹੈ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਇਹ ਰੱਬ ਦੀ ਇੱਕ ਪਿਆਰੀ ਜੀ ਸੁਗਾਤ ਹੈ। ਔਰਤ ਦੇ ਕੁੱਖੋਂ ਹੀ ਜਨਮ ਲੈਂਦਾ ਹੈ ਤੇ ਔਰਤ ਦੀਆਂ ਹੀ ਬੇਹਤਕੀਆਂ ਕਰਦਾ ਹੈ, ਇਹੀ ਅੱਜ ਦੇ ਸਮਾਜ ਦੀ ਸਾਡੀ ਦੁਖਾਂਤ ਹੈ। ਜੀ, ਔਰ ਸੁਣਨ ਦੇ ਵਿੱਚ ਬੜਾ ਅੱਛਾ ਲੱਗਦਾ ਹੈ, ਪਰ ਇਹਨਾਂ ਚੀਜ਼ਾਂ ਦਾ ਅਸਰ ਤੁਹਾਨੂੰ ਲੱਗਦਾ ਹੈ ਆਪਣੇ ਸਮਾਜ ਦੇ ਵਿੱਚ ਹੈ? ਸਮਾਜ ਦੇ ਵਿੱਚ ਇਹਦਾ ਅਸਰ, ਕਿਉਂਕਿ ਮੈਂ ਹੁਣ ਥੋੜ੍ਹੇ ਦਿਨ ਪਹਿਲਾਂ ਜਦੋਂ ਬਹੁਤ ਜ਼ਿਆਦਾ ਫੇਸਬੁੱਕ 'ਤੇ ਆ ਰਹੇ ਮੈਸੇਜ ਕਿ ਇੱਕ ਮਾਂ ਨੂੰ ਆਪਣੇ ਨਾ ਬੇਟੇ ਨੂੰ ਸੰਸਕਾਰ ਦੇਣੇ ਚਾਹੀਦੇ ਸਹੀ, ਕਿ ਉਹ ਵੱਡਾ ਹੋ ਕੇ ਨਾ ਕੁਛ ਇੱਦਾਂ ਦੇ ਗਲਤ ਸਟੈਪ ਨਾ ਚੁੱਕੇ। ਮੈਂ ਕਹਿੰਦੀ ਇਕੱਲੀ ਮਾਂ ਨਹੀਂ ਜ਼ਿੰਮੇਵਾਰ, ਇਹਦੀ ਸੁਸਾਇਟੀ, ਸਕੂਲ 'ਚ ਜਾਂਦਾ ਉਹ ਆਪਣੀ ਦੋਸਤਾਂ ਦੀ ਕੰਪਨੀ 'ਚ ਬੈਠਦਾ, ਹੋਰ ਸਾਰੇ ਜਿੰਨੇ ਆਊਟਸਾਈਡਰ ਜਿਨ੍ਹਾਂ ਦੇ ਕੰਟੈਕਟ 'ਚ ਆਉਂਦਾ ਆ, ਮੈਂ ਕਹਿੰਦੀ ਉਹ ਸਾਰੇ ਜ਼ਿੰਮੇਵਾਰ ਆ। ਕਿਉਂਕਿ ਤੁਸੀਂ ਇਕੱਲੇ ਮਾਂ ਨੂੰ ਬਲੇਮ ਕਰੀ ਜਾ ਰਹੇ ਆ ਕਿ ਮਾਂ ਨੇ ਉਹਨੂੰ ਸਹੀ ਤਰ੍ਹਾਂ ਨਹੀਂ ਪਾਲਿਆ। ਕੋਈ ਮਾਂ ਨਹੀਂ, ਅਸੀਂ ਵੀ ਮਾਵਾਂ ਆ, ਹੈ ਨਾ, ਸਭ ਦੇ ਬੱਚੇ ਆ। ਮਾਂ ਕਦੀ ਨਹੀਂ ਚਾਹੇਗੀ ਉਹਦਾ ਬੱਚਾ ਗਲਤ ਪਾਸੇ ਜਾਏ। ਇਹ ਧੀਆਂ ਤੇ ਪੁੱਤਰਾਂ ਦੋਨਾਂ ਦੇ ਲਾਗੂ ਹੁੰਦਾ ਕਿ ਤੁਸੀਂ ਉਹ ਤੁਹਾਨੂੰ ਗਲਤ ਸੇਧ ਦੀ ਪਛਾਣ ਘਰ 'ਚੋਂ ਕਰਾਤੀ, ਪਰ ਅੱਗੇ ਜਾ ਕੇ ਤੁਸੀਂ ਕਿਸੇ ਦੇ ਪ੍ਰਭਾਵ 'ਚ ਆ ਕੇ ਜਾਂ ਆਪਣੀ ਮਾਨਸਿਕਤਾ ਜਾਂ ਆਪਣੀ ਸੋਚ ਬਦਲਦੇ ਆ। ਕਾਫੀ ਰੇਪ ਕੇਸ ਇਦਾਂ ਦੇ ਵੀ ਆਪਾਂ ਸਾਰੀ ਸੁਸਾਇਟੀ ਨੇ ਮਿਲ ਕੇ ਉਹ ਮਾਨਸਿਕਤਾ ਸਹੀ ਕਰਨੀ ਆ। ਕਾਫੀ ਰੇਪ ਕੇਸ ਵਿੱਚ ਅਸੀਂ ਇਹ ਵੀ ਦੇਖ ਲੈਣਾ ਜੀ, ਇਹੀ ਕਹਿੰਦੇ ਜੀ ਕੁੜੀਆਂ ਨੇ ਆਪਣਾ ਪਹਿਰਾਵਾ ਇਦਾਂ ਦਾ ਰੱਖਿਆ ਹੁੰਦਾ, ਮੁੰਡਿਆਂ ਨੂੰ ਅਟਰੈਕਟ ਕਰਦੀਆਂ। ਕੀ ਸਿਰਫ ਕੁੜੀਆਂ ਦਾ ਪਹਿਰਾਵਾ ਚੇਂਜ ਕਰਨ ਨਾਲ ਹੀ ਬਲਾਤਕਾਰ ਰੁਕ ਸਕਦੇ ਆ? ਕਿ ਮੁੰਡਿਆਂ ਨੂੰ ਜਾਂ ਜੈਂਟਸ ਨੂੰ, ਜਾਂ ਅਸੀਂ ਦੇ ਘਰ ਦੇ ਵਿੱਚ ਵੀ ਸ਼ੋਸ਼ਣ ਹੁੰਦਾ, ਹਾਂਜੀ ਘਰ ਦੇ ਵਿੱਚ ਵੀ ਸ਼ੋਸ਼ਣ ਹੁੰਦਾ। ਕਈ ਬੱਚਿਆਂ ਦਾ ਪਹਿਰਾਵੇ ਦਾ ਤਾਂ ਅਸੀਂ ਕੰਟਰੋਲ ਨਹੀਂ ਕਰ ਸਕਦੇ ਨਾ, ਕਿ ਬੱਚੇ ਨੇ ਫਰੋਕ ਪਾ ਲਈ ਜਾਂ ਜੀਨ ਪਾ ਲਈ, ਕਿ ਸਿਰਫ ਇਸ ਚੀਜ਼ ਦੇ ਨਾਲ ਹੀ ਬਲਾਤਕਾਰ ਨਹੀਂ ਰੁਕ ਸਕਦੇ। ਇਹ ਤਾਂ ਮੁੰਡਿਆਂ ਦੀ ਸੋਚ, ਅੱਖ, ਮਤਲਬ ਅਗਰ ਤੁਸੀਂ ਕਹਿੰਦੇ ਹੋ ਕਿ ਧੀਆਂ ਸਭ ਦੀਆਂ ਸਾਂਝੀਆਂ ਨੇ, ਤੇ ਫਿਰ ਇਹ ਮੁੰਡੇ ਲੋਕ ਕਿਉਂ ਨਹੀਂ ਦੇਖਦੇ ਕਿ ਉਹ ਕਿਸੇ ਬਗਾਨੀ ਧੀ ਦੇ ਵਿੱਚ ਵੀ ਆਪਣੀ ਭੈਣ ਨੂੰ ਜਾਂ ਆਪਣੀ ਧੀ ਨੂੰ ਜਾਂ ਆਪਣੀ ਮਾਂ ਨੂੰ ਕਿਉਂ ਨਹੀਂ ਦੇਖਦੇ? ਉਹੀ ਮੈਂ ਤੁਹਾਨੂੰ ਦੱਸਦੀ, ਹੁਣ ਮੈਂ ਆਪਣੇ ਬੱਚੇ ਨੂੰ ਘਰ ਕਹੂੰਗੀ ਆਪਣੀ ਸਿਸਟਰ ਨੂੰ ਮਾਰ ਰਿਹਾ, ਮੈਂ ਕਹੂੰਗੀ ਬੇਟਾ ਭੈਣ ਨੂੰ ਨਹੀਂ ਮਾਰਨਾ, ਭੈਣਾਂ ਨਹੀਂ ਨੂੰ ਮਾਰੀਦਾ। ਬਿਲਕੁਲ, ਉੱਥੇ ਸੈਂਟੈਂਸ ਚੇਂਜ ਕਰੋ, ਬੇਟਾ ਕੁੜੀਆਂ ਨੂੰ ਨਹੀਂ ਮਾਰੀਦਾ, ਕੁੜੀਆਂ ਨੂੰ ਨਹੀਂ ਮਾਰੀਦਾ। ਠੀਕ ਹੈ। ਉਹ ਜੇ ਕਹਿ ਰਿਹਾ ਕਿ ਉਹਦਾ ਧਿਆਨ ਰੱਖੀ ਆਪਣੀ ਭੈਣ ਦਾ, ਉਹਨੂੰ ਕਹੋ ਬੇਟਾ ਕੁੜੀਆਂ ਦਾ ਧਿਆਨ ਰੱਖੀਦਾ, ਕੁੜੀਆਂ ਨੂੰ ਨਹੀਂ ਮਾਰਨਾ। ਜਦ ਕਿ ਆਪਾਂ ਕੁੜੀਆਂ ਤੇ ਮੁੰਡਿਆਂ ਨੂੰ ਇਕੁਅਲ ਕਿੱਦਾਂ ਕਰਾਂਗੇ ਜੇ ਆਪਾਂ ਹੀ ਉਹਨਾਂ ਦੇ ਵਿੱਚ ਇਹ ਕ੍ਰੀਏਟ ਕਰ ਦਿੱਤਾ ਕਿ ਇਹ ਲੜਕੀ ਹੈ ਤੇ ਇਹ ਲੜਕਾ ਹੈ? ਇਹ ਸੋਚ ਨੂੰ ਆਪਾਂ ਕਿਉਂ ਨਹੀਂ ਬਦਲਦੇ? ਉਹ ਬੁਲਾਣਾ ਤਾਂ ਆਪਾਂ ਇੱਕ ਲੜਕੇ ਨੂੰ ਲੜਕਾ ਹੀ ਕਹਿਣਾ, ਲੜਕੀ ਨੂੰ ਲੜਕੀ ਕਹਿਣਾ। ਇਹ ਸਾਡੇ ਸਮਾਜ ਵਿੱਚ ਕਿਹਾ ਜਾਂਦਾ, ਲੜਕੇ ਦੀ ਸੋਚ ਠੀਕ ਕਰਨੀ, ਕਿਉਂਕਿ ਜੋ ਸਮਾਜ ਵਿੱਚ ਦਾ ਸਮਾਜ ਉਹਦੀ ਸੋਚ ਇਦਾਂ ਦੀ ਬਣਾਉਂਦਾ, ਸਮਾਜ ਸੋਚ ਬਣਾਉਂਦਾ। ਅਸੀਂ ਆਪਣੇ ਬੇਟੀ ਨੂੰ ਵੀ ਕਹਿੰਦੇ ਆ ਮੇਰਾ ਪੁੱਤਰ ਆ, ਠੀਕ ਹੈ। ਕਦੀ ਆਪਾਂ ਮਾਂ-ਬਾਪ ਨੇ ਨਹੀਂ ਕਦੀ ਕਿਹਾ ਮੇਰੀ ਪੁੱਤਰੀ ਆ। ਉਹਨੂੰ ਜੋ ਸਮਾਜ 'ਚ ਵਿਚਰਦੀ ਆ ਫਿਰ ਉਹਨੂੰ ਅਹਿਸਾਸ ਕਰਾਇਆ ਜਾਂਦਾ ਤੂੰ ਕੁੜੀ ਆ। ਇਹ ਸਮਾਜ ਦੀ ਸੋਚ ਬਦਲਣ ਦੀ ਲੋੜ ਆ, ਕਿਉਂਕਿ ਉਹਨਾਂ ਦੀ ਮਾਨਸਿਕਤਾ ਇਦਾਂ ਹੀ। 2001 ਤੋਂ ਲੈ ਕੇ 2014 ਤੱਕ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਦੱਸਿਆ ਕਿ ਜਿਹੜਾ ਸਭ ਤੋਂ ਜ਼ਿਆਦਾ ਬਲਾਤਕਾਰ ਦੇ ਕੇਸ ਆ 713 ਹੋਏ ਆ, ਉਹ ਵੀ ਫੈਮਿਲੀ ਮੈਂਬਰਸ ਨੇ ਕੀਤੇ ਆ। ਖੁਦ ਦੇ ਘਰ ਦੇ ਖੂਨੀ ਜਿਹੜੇ ਰਿਸ਼ਤੇ ਆ ਤੁਹਾਡੇ, ਉਹ ਆਪਣੇ ਘਰ ਦੇ ਵਿੱਚ ਹੀ ਸੇਫ ਨਹੀਂ। ਇਹ ਫਿਰ ਮਾਨਸਿਕਤਾ ਹੀ ਆ, ਬਿਮਾਰੀ ਹੈ, ਇਹ ਬਿਮਾਰੀ ਹੈ। ਗੱਲ ਸੋਚ ਬਦਲਣ ਦੀ ਆਪਣੀ, ਕਿ ਆਪਾਂ ਸਾਰੇ ਰਲ ਕੇ ਸੋਚ ਬਦਲੀਏ। ਇਹ ਜਿਹੜਾ ਕੈਂਡਲ ਮਾਰਚ ਹੋ ਰਿਹਾ, ਕਵਿਤਾਵਾਂ ਲਿਖ ਰਹੇ ਆ, ਆਪਾਂ ਕੁਝ ਵੀ ਲਿਖ ਰਹੇ ਆ, ਇਹ ਆਪਾਂ ਦੂਜੇ ਦੀ ਸੋਚ ਨੂੰ ਠੀਕ ਕਰਨ ਲਈ ਕੋਸ਼ਿਸ਼ ਕਰ ਰਹੇ ਆ। ਫਿਰ ਮੈਨੂੰ ਲੱਗਦਾ ਕਿ ਜੇ ਸਕੂਲ ਕਾਲਜ ਵਿੱਚ ਨਾ ਚਾਹੇ 0 ਆਰ ਦਾ ਪੀਰੀਅਡ ਹੋਵੇ, ਉੱਥੇ ਇੱਕ ਬੱਚਿਆਂ ਨੂੰ ਇਹਦੇ ਬਾਰੇ ਨੈਤਿਕਤਾ ਬਾਰੇ ਦੱਸਣ ਲਈ ਇੱਕ ਪੀਰੀਅਡ ਹੋਣਾ ਚਾਹੀਦਾ। ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇਹ ਬਰਾਬਰ ਆ ਦੋਨੇ। ਜੇ ਮਰਦ ਨੇ ਬੰਦੇ ਨੇ ਜੇ ਇਮਾਰਤਾਂ ਬਣਾਈਆਂ ਨਾ ਤੇ ਘਰ ਤਾਂ ਔਰਤ ਨੇ ਬਣਾਉਣਾ, ਔਰਤ ਨੇ ਬਣਾਉਣਾ। ਮਤਲਬ ਅਸੀਂ ਲੋਕ ਸਿਰਫ ਸੁਣਨ ਵਿੱਚ ਕਹਾਵਤਾਂ ਹੋ ਗਈਆਂ ਜਾਂ ਕਹਾਣੀਆਂ ਵਾਲੀ ਗੱਲ ਕਹਿ ਸਕਦੇ ਹਾਂ ਕਿ ਔਰਤ ਤੇ ਮਰਦ ਬਰਾਬਰ ਦੇ ਨੇ, ਪਰ ਕਿ ਇਹਨਾਂ ਨੂੰ ਬਰਾਬਰ ਦਾ ਅਹੁਦਾ ਨਹੀਂ ਦਿੱਤਾ ਜਾਂਦਾ, ਕਿ ਪੁਰਸ਼ ਪ੍ਰਧਾਨ ਸਮਾਜ ਹੀ ਕਾਊਂਟ ਹੁੰਦਾ। ਔਰ ਇਹ ਚੀਜ਼ਾਂ ਜਿਹੜੇ ਬਲਾਤਕਾਰ ਹੁੰਦੇ ਆ, ਕੁੜੀਆਂ ਨਾਲ ਸ਼ੋਸ਼ਣ ਹੁੰਦਾ ਘਰਾਂ 'ਚ ਜਾਂ ਸਕੂਲਾਂ 'ਚ, ਕਾਲਜ 'ਚ, ਸੜਕਾਂ 'ਤੇ। ਕੁੜੀ ਕਦੀ ਰਾਤ ਨੂੰ, ਅਸੀਂ ਲੋਕ ਕਹਿ ਦਿੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਸੱਭਿਆਚਾਰ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਗਈ, ਪਰ ਇੱਥੇ ਹੀ ਸਭ ਤੋਂ ਜ਼ਿਆਦਾ ਇਹ ਚੀਜ਼ਾਂ ਹੁੰਦੀਆਂ ਨੇ। ਸ਼ੋਸ਼ਣ ਇੱਥੇ ਹੀ ਹੁੰਦਾ ਤੇ ਸਾਡੀਆਂ ਕੁੜੀਆਂ ਇੱਥੇ ਹੀ ਬਾਹਰ ਜਾ ਲਈ ਸੇਫ ਨਹੀਂ ਹੈਗੀਆਂ। ਬਾਹਰ ਤੱਕ ਹੀ, ਘਰ ਵਿੱਚ ਵੀ ਸੇਫ ਨਹੀਂ ਹੈਗੀਆਂ। ਹਾਂਜੀ, ਬਿਲਕੁਲ ਨਹੀਂ ਹੈਗੀਆਂ। ਔਰ ਕਾਉਂਸਲਰ ਹੋਣ ਦੇ ਨਾਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਤੇ ਤੁਸੀਂ ਕੁਝ ਕੀਤਾ? ਮੈਂ ਜਦੋਂ ਵੀ ਜਿੰਨੇ ਵੀ ਅੱਜ ਤੱਕ ਕੋਸ਼ਿਸ਼ ਕੀਤੀ ਆ, ਪ੍ਰੋਗਰਾਮ ਕੀਤੇ, ਮੈਂ ਪਹਿਲਾਂ ਬੇਟੀਆਂ ਲਈ ਐਫਰਟ ਕਰਦੀ ਹਾਂ। ਔਰ ਮੈਂ ਇਨਕਰੇਜ ਕਰਦੀ ਹਾਂ ਆਪਣੇ ਵਾਰਡ ਸਾਰਿਆਂ ਨੂੰ ਧੀਆਂ ਦੀ ਲੋਹੜੀ ਪਾਉਣ ਲਈ,
ਉਹਨਾਂ ਨੂੰ ਮੈਂ ਕਹਿ ਰਹੀ ਕਿ ਸਿਰਫ ਇਹ ਨਹੀਂ ਕਿ ਜ਼ਬਰਦਸਤੀ ਵੀ ਅੰਦਰੋਂ ਖੁਸ਼ੀ ਮਨਾਓ, ਕਿਉਂਕਿ ਧੀਆਂ ਵਾਕਈ ਪੁੱਤਰਾਂ ਨਾਲੋਂ ਪੁੱਤਰਾਂ ਤੋਂ ਅੱਗੇ ਹੁੰਦੀਆਂ ਆ ਤੇ ਉਹ ਅੱਗੇ ਬਣ ਕੇ ਵੀ ਦਿਖਾਉਂਦੀਆਂ। ਔਰ ਇਹ ਤਾਂ ਆਪਣੀ ਆਪਣੀ ਸੋਚ ਆ ਜਿਹੜੀ, ਇਹ ਕਹਿੰਦੇ ਨਾ ਆਪਣੀ ਸੋਚ। ਹੁਣ ਤੁਸੀਂ ਮੇਰੇ ਨਾਲ ਬੈਠੇ ਆ, ਮੈਂ 2 ਜਣੇ ਤੁਹਾਡੀ ਸੋਚ ਬਦਲਣੀ ਹੈ, ਤੁਸੀਂ ਮੇਰੀ ਬਦਲਣੀ ਹੈ। ਬਿਲਕੁਲ ਇਸ ਇੱਕ ਦੀ ਸੋਚ ਬਦਲ ਕੇ ਵੀ ਪੂਰਾ ਸਮਾਜ ਬਣਨਾ। ਪਹਿਲਾਂ ਪਰਿਵਾਰ ਦੀ ਸੋਚ ਬਦਲੋ, ਫਿਰ ਸਮਾਜ ਦੀ ਬਦਲੋ। ਉਹ ਹੌਲੀ ਹੌਲੀ ਕਰਕੇ ਤੁਸੀਂ ਇੱਥੇ ਥੋੜਾ ਜੀ। ਮੈਂ ਦੁਬਾਰਾ ਫਿਰ ਵਕੀਲ ਸਾਹਿਬ ਕੋਲ ਆਉਣ ਲੱਗਾ ਗਾ ਕਿ ਰੇਪ ਨੂੰ ਲੈ ਕੇ ਸਾਡੇ ਦੇਸ਼ ਦੇ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਨੇ? ਦੇਖੋ, ਰੇਪ ਜੋ ਹੈ ਸੈਕਸ਼ਨ 375 IPC ਦੇ ਤਹਿਤ ਹੈ, ਔਰ ਜੋ ਅੱਗੇ 376 A ਤੋਂ ਲੈ ਕੇ E ਤੱਕ ਇਹ ਵੱਖਰੇ ਵੱਖਰੇ ਸਿਲਸਿਲੇਵਾਰ ਤਰੀਕੇ ਦੇ ਨਾਲ, ਚਾਹੇ ਉਹ ਇੰਡੀਵਿਜੂਅਲੀ ਸੈਕਸ਼ੂਅਲ ਅਸੌਲਟ, ਜਦੋਂ ਅਮੈਂਡਮੈਂਟ ਆਈ ਸੀ ਉਸ ਤੋਂ ਬਾਅਦ ਇਹ ਵਰਡ ਯੂਜ਼ ਕਰਦੇ ਆ, ਅਤੇ ਇੰਡੀਵਿਜੂਅਲੀ ਹੋਵੇ, ਚਾਹੇ ਜਿੱਦਾਂ ਕੋਈ ਉਹਨੂੰ ਇਨਫਲੂਐਂਸ ਕਰਨ ਵਾਲਾ ਬੰਦਾ ਹੋਵੇ, ਉਹ ਵੱਖਰੀ ਡਿਫਾਈਨੇਸ਼ਨ, ਜਿੱਦਾਂ ਕੋਈ ਪੁਲਿਸ ਵਾਲਾ ਹੋ ਗਿਆ, ਜਾਂ ਕੋਈ ਹਸਪੀਟਲ ਦੇ ਵਿੱਚ, ਜਾਂ ਕੋਈ ਸੁਪਰੀਡੈਂਟ ਹੋ ਗਿਆ। ਫਿਰ ਗੈਂਗ ਰੇਪ ਆ ਜਿਹੜਾ, ਉਹਨੂੰ ਵੱਖਰੇ ਤਰੀਕੇ ਨਾਲ ਡਿਫਾਈਨ ਕੀਤਾ ਗਿਆ। ਔਰ ਸਭ ਤੋਂ ਘਿਨਾਉਣਾ ਜੋ ਇਹਦੀਆਂ ਸਜ਼ਾਵਾਂ ਘੱਟੋ ਘੱਟ 10 ਸਾਲ C ਤੱਕ ਹੈ, ਔਰ D ਦੇ ਵਿੱਚ ਜਿਹੜਾ ਗੈਂਗ ਰੇਪ ਹੈ ਉਹਦੇ ਵਿੱਚ 20 ਸਾਲ ਤੋਂ ਲੈ ਕੇ ਘੱਟੋ ਘੱਟ ਔਰ ਲਾਈਫ ਇੰਪ੍ਰਿਜ਼ਨਮੈਂਟ, ਜਿਹੜੀ ਕਿ ਟਿਲ ਡੈਥ, ਜਿੰਨਾ ਚਿਰ ਤੱਕ ਉਹ ਮਰਦਾ ਨਹੀਂ ਬੰਦਾ ਆਪਣੇ ਜੇਲ੍ਹ 'ਚ ਰਹੇਗਾ। ਔਰ ਜਿਹੜੀ ਜੇ ਉਹ ਪੇਸ਼ੇਵਰ ਹੈ, ਜਿੱਦਾਂ ਜੇ ਉਹ ਕੰਟੀਨਿਊਸਲੀ ਇਹ ਕਰਦਾ, ਅਤੇ ਉਹਦੇ ਵਿੱਚ ਡੈਥ ਦੀ ਉਹਦੇ ਵਿੱਚ ਪ੍ਰਾਵਧਾਨ ਹੈ। ਔਰ ਇਸ ਤੋਂ ਇਲਾਵਾ ਕਿਉਂਕਿ ਪੋਕਸੋ ਐਕਟ ਆਇਆ ਸੀ ਜਿਹੜਾ ਕਿ ਬੱਚਿਆਂ ਦੇ ਉੱਤੇ ਹੈ, ਉਹਦੇ ਵਿੱਚ ਵੀ ਜੋ ਵੱਖਰੇ ਵੱਖਰੇ ਸੈਕਸ਼ਨ ਹੈ, ਸੈਕਸ਼ੂਅਲ ਅਸੌਲਟ ਆ, ਪੈਨੀਟੇਟਿਵ ਸੈਕਸ਼ੂਅਲ ਅਸੌਲਟ, ਐਗਰੀਵੇਟਿਵ ਪੈਨੀਟੇਟਿਵ ਸੈਕਸ਼ੂਅਲ ਅਸੌਲਟ, ਉਹ ਵੱਖਰੀਆਂ ਵੱਖਰੀਆਂ ਧਾਰਾਂ 3 ਤੋਂ ਲੈ ਕੇ ਅੱਗੇ 12 ਤੱਕ ਡਿਫਾਈਨ ਹੁੰਦਾ ਹੈ। ਔਰ ਉਹਦੇ ਵਿੱਚ ਵੀ ਇਹ ਸਜ਼ਾਵਾਂ ਇੰਨੇ ਕਾਨੂੰਨ ਬਣਨ ਤੋਂ ਬਾਅਦ ਵੀ ਤਦ ਵੀ ਇਹ ਸਭ ਰੇਪ ਕੇਸਿਸ ਐਂਡ ਬਲਾਤਕਾਰ ਸਭ ਕੁਝ ਹੋ ਰਿਹਾ ਇੰਡੀਆ ਦੇ ਵਿੱਚ, ਤੇ ਉਹਦੇ ਲਈ ਗਵਰਨਮੈਂਟ ਕੀ ਕਰ ਰਹੀ ਹੈ? ਦੇਖੋ, ਇਹਦੇ ਵਿੱਚ ਇੱਦਾਂ ਹੁੰਦਾ, ਜਿਹੜੀ ਕ੍ਰਿਮੀਨੈਲਿਟੀ ਆ ਉਹ ਬੰਦੇ ਦੇ ਦਿਮਾਗ ਦੇ ਵਿੱਚ ਹੁੰਦੀ ਆ। ਆਪਾਂ ਇੱਥੇ ਡਿਸਕਸ਼ਨ ਕਰ ਰਹੇ ਹਾਂ, ਤੇ ਭਾਜੀ ਨੂੰ ਬਾਹਰ ਆ ਕੇ ਕਿਸੇ ਗੱਲ 'ਤੇ ਗੁੱਸਾ ਆ ਜਾਂਦਾ, ਜਾਂ ਕੋਈ ਜਿਹੜੀ ਮਾਈਂਡ ਦੀ ਕ੍ਰਿਮੀਨੈਲਿਟੀ ਆ, ਉਹ ਨਾ ਕੋਈ ਕਾਨੂੰਨ ਫੜ ਸਕਦਾ। ਅਤੇ ਪੁਲਿਸ ਜੇ ਕ੍ਰਿਮੀਨੈਲਿਟੀ ਖਤਮ ਹੋ ਜਾਵੇ ਤਾਂ ਮੇਰੇ ਹਿਸਾਬ ਨਾਲ ਪੁਲਿਸ ਦੀ ਲੋੜ ਹੀ ਨਾ ਰਹੇ। ਜੇ ਸਾਰਾ ਕੁਛ ਸਹੀ ਹੋ ਜਾਵੇ, ਪੁਲਿਸ ਹੁੰਦੀ ਇਸ ਕਰਕੇ ਕ੍ਰਾਈਮ ਕਰਕੇ। ਔਰ ਇਹ ਦੁਰਭਾਗਿਆ ਹੈ ਵੀ ਐਡੇ ਘਿਨਾਉਣੇ ਜਿਹੜੇ ਅਪਰਾਧ ਹੁੰਦੇ ਆ ਹਾਂ, ਪੁਲਿਸ ਦਾ ਕੰਮ ਹੈ ਵੀ ਇੱਕ ਡਰ ਇਹੋ ਜਿਹਾ ਪੈਦਾ ਹੋਵੇ, ਇੱਕ ਜਿੱਦਾਂ ਸਿਸਟਮ ਇਹੋ ਜਿਹਾ ਹੋਵੇ ਜਿਹਦੇ ਵਿੱਚ ਜਿਹੜੇ ਇਹ ਹੈ ਇਹ ਫਾਸਟ ਟਰੈਕ ਹੋਵੇ, ਇਹਦੀ ਸਜ਼ਾ ਟਾਈਮ 'ਤੇ, ਉਹਦੀ ਅਰੈਸਟ ਟਾਈਮ 'ਤੇ ਹੋਵੇ। ਇੱਕ ਡਰ ਇਹੋ ਜਿਹਾ ਪੈਦਾ ਹੋ ਜਾਵੇ ਜਿਹਦੇ ਵਿੱਚ ਇਹਦੀ ਰੋਕਥਾਮ ਹੋਵੇ। ਕਿਉਂਕਿ ਜਦੋਂ ਅਸੀਂ ਜਦੋਂ ਪੁਲਿਸ ਨਾਲ ਗੱਲ ਕਰਦੇ ਹਾਂ ਤਾਂ ਪੁਲਿਸ ਉਹਨਾਂ ਦਾ ਜੋ ਕੋਈ ਅਫਸਰ SHO ਜਾਂ ਕੋਈ ਵੀ ਹੋਵੇ, ਉਹਦਾ ਪਹਿਲਾ ਸਵਾਲ ਹੁੰਦਾ ਵੀ ਅਸੀਂ ਕਿਸੇ ਬੰਦੇ ਦੀ ਸੋਚ 'ਚ ਵੜ ਕੇ ਨਹੀਂ ਜਾ ਸਕਦੇ ਵੀ ਉਹਨੇ ਕ੍ਰਾਈਮ ਕਰਨਾ ਕਦੋਂ ਕਰਨਾ। ਠੀਕ ਹੈ ਜੀ। ਤਾਂ ਇਹ ਕਿਉਂਕਿ ਮੈਂ ਦੇਖਦਾ ਵੀ ਜਿਹੜਾ ਪੁਲਿਸ ਦਾ ਡਰ ਹੋਣਾ ਅਤੇ ਕਾਨੂੰਨ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਇਹਦੀ ਰੋਕਥਾਮ ਹੋ ਸਕਦੀ। ਪਰ ਸਾਡੇ ਦੇਸ਼ ਦੇ ਕਾਨੂੰਨ ਦੇ ਵਿੱਚ ਕੁਛ ਨਾ ਕੁਛ ਕਮੀਆਂ ਖਾਮੀਆਂ ਤਾਂ ਜ਼ਰੂਰ ਹੋਣਗੀਆਂ ਨਾ। ਕੁਛ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦਾ ਕ੍ਰਾਈਮ ਬਿਲਕੁਲ ਵੀ ਨਹੀਂ ਹੈ, ਕਿਉਂਕਿ ਉੱਥੇ ਪਤਾ ਇੱਕ ਫਾਂਸੀ ਦੀ ਸਜ਼ਾ ਹੈ, ਜਾਂ ਉੱਥੇ ਕੁਛ ਨਾ ਕੁਛ ਇਹੋ ਜਿਹੀ ਸਜ਼ਾ ਮਿਲਦੀ ਹੈ ਕਿ ਰੇਪ ਦਾ ਮਾਈਂਡ ਦੇ ਵਿੱਚ ਆਉਣ ਤੋਂ ਪਹਿਲਾਂ ਵੀ 50 ਨਹੀਂ 100 ਵਾਰ ਸੋਚਦੇ ਹੋਣਗੇ। ਸਾਡੇ ਦੇਸ਼ ਦੇ ਕਾਨੂੰਨ ਦੇ ਵਿੱਚ ਇਹੋ ਜਿਹੀ ਕਿਹੜੀਆਂ ਕਮੀਆਂ ਹੈਗੀਆਂ? ਸਾਡੇ ਇੱਦਾਂ ਦੀਆਂ ਚੀਜ਼ਾਂ ਨਹੀਂ ਹੋ, ਜਾਂ ਸਾਡੇ ਕਾਨੂੰਨ ਦੇ ਵਿੱਚ ਇਹੋ ਜਿਹੀ ਸਜ਼ਾ ਮਿਲਦੀ ਨਹੀਂ ਜਿਹੜੀ ਕਿ ਪ੍ਰੈਕਟੀਕਲ ਹੋਵੇ। ਦੇਖੋ, ਬੜਾ ਦੁਰਭਾਗਿਆਪੂਰਨ ਹੋਇਆ ਦਿੱਲੀ ਦੇ ਵਿੱਚ ਜੋ ਨਿਰਭਇਆ ਕਾਂਡ ਹੋਇਆ ਸੀ, ਉਸ ਤੋਂ ਬਾਅਦ ਇੱਕ ਕਾਨੂੰਨ ਦੇ ਵਿੱਚ ਉਹਦਾ ਫੈਸਲਾ ਵੀ ਕਿੰਨੇ ਸਾਲਾਂ ਬਾਅਦ ਹੋਇਆ, ਕਾਫੀ ਬਦਲਾਅ ਹੋਇਆ। ਮੈਂ ਜਿੱਦਾਂ ਦੱਸ ਹਟਿਆ ਵੀ ਹਾਲਾਂਕਿ ਕੋਸ਼ਿਸ਼ ਕਈ ਵਾਰੀ, ਦੇਖੋ 2 ਚੀਜ਼ਾਂ ਹੁੰਦੀਆਂ, ਜੇ ਕਿਸੇ ਚੀਜ਼ ਨੂੰ ਜ਼ਿਆਦਾ ਹੇਸਟ 'ਚ ਵੀ ਕਰਾਂਗੇ ਤਾਂ ਉਹਦੇ ਵਿੱਚ ਕਈ ਕੇਸਾਂ 'ਚ ਇੱਦਾਂ ਵੀ ਐਜ਼ ਅ ਵਕੀਲ ਸਾਡਾ ਵੀ ਰਿਹਾ ਵੀ ਕਈ ਵਾਰੀ ਇੱਕ ਚੀਜ਼ ਜੋ ਮੈਂ ਸੋਚਦਾ ਇਹ ਵੀ ਹੋਣੀ ਚਾਹੀਦੀ ਹੈ ਵੀ ਜਿਹੜੇ ਝੂਠੇ ਕਈ ਵਾਰੀ ਇਲਜ਼ਾਮ ਲਾਉਣ ਵਾਲੇ ਬੰਦੇ ਹੁੰਦੇ ਉਹਨਾਂ ਦਾ ਵੀ ਇੱਕ ਉਪਯੋਗੀ ਧਾਰਾ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਝੂਠਾ ਇਲਜ਼ਾਮ ਨਾ ਲੱਗ ਸਕੇ। ਸਾਡੇ ਕਾਨੂੰਨ ਦੀ ਇਹ ਕਮੀ ਆ। ਔਰ ਦੂਸਰੀ ਗੱਲ ਇਹ ਆ ਵੀ ਕਾਨੂੰਨ ਉਸ ਤੋਂ ਬਾਅਦ ਕਾਫੀ ਬਦਲਿਆ। ਔਰ ਕਿਉਂਕਿ ਕੈਪੀਟਲ ਪਨਿਸ਼ਮੈਂਟ 'ਤੇ UN 'ਤੇ ਕਈ ਵਾਰੀ ਚਰਚਾ ਚੱਲਦੀ ਰਹਿੰਦੀ, ਕਈ ਦੇਸ਼ ਇਸ ਨੂੰ ਬਾਰਬੈਰਿਕ ਮੰਨਦੇ ਆ, ਕਹਿੰਦੇ ਕੈਪੀਟਲ ਪਨਿਸ਼ਮੈਂਟ ਨਹੀਂ ਹੋਣੀ ਚਾਹੀਦੀ ਕਈ ਦੇਸ਼ਾਂ 'ਚ ਇਸ ਚੀਜ਼ ਦੀ। ਉੱਦਾਂ ਵੀ ਕਈ ਚੀਜ਼ਾਂ, ਕਤਲ 'ਤੇ ਵੀ ਕਈ ਦੇਸ਼ਾਂ 'ਚ ਕੈਪੀਟਲ ਪਨਿਸ਼ਮੈਂਟ ਨਹੀਂ ਹੈਗੀ। ਔਰ ਸਾਡੇ ਦੇਸ਼ 'ਚ ਮਰਡਰ 'ਤੇ ਕੈਪੀਟਲ ਪਨਿਸ਼ਮੈਂਟ ਹੈਗੀ ਹੈ। ਔਰ ਇਹਦੇ ਵਿੱਚ ਵੀ ਮੈਂ ਜਿੱਦਾਂ ਦੇਖਿਆ
376E ਦੇ ਵਿੱਚ ਲਿਖਿਆ ਹੋਇਆ ਵੀ ਜੋ ਹਬੀਸ਼ੀਅਲ ਹੈ ਤਾਂ ਉਹਨੂੰ ਮੌਤ ਦੀ ਸਜ਼ਾ ਮਿਲੂਗੀ। ਤੋ ਅਲਟੀਮੇਟਲੀ ਕਾਨੂੰਨ ਦੇ ਵਿੱਚ ਅੱਗੇ ਵੀ ਕਾਫੀ ਜ਼ਿਆਦਾ ਸੌਧ ਕੀਤੀ, ਉਹਨੂੰ ਕਾਫੀ ਸਖਤ ਕੀਤਾ ਔਰ ਲੋੜ ਹੈ ਉਸ ਨੂੰ ਇਨਫੋਰਸ ਕਰਨ ਦੀ। ਤੁਸੀਂ ਦੱਸੋ ਕਿ ਸੈਕਸ਼ੂਅਲ ਅਸੌਲਟ ਦੇ ਵਿੱਚ ਫੈਸਲਾ ਕਿੰਨੀ ਦੇਰ ਤੱਕ ਹੋ ਜਾਣਾ ਚਾਹੀਦਾ ਤਾਂ ਕਿ ਕੁੜੀ ਨੂੰ ਵੀ ਇਨਸਾਫ ਮਿਲੇ ਔਰ ਲੜਕੇ ਨੂੰ ਵੀ, ਅਗਰ ਮੰਨ ਲਓ ਕਿ ਉਹਦਾ ਕਸੂਰ ਨਹੀਂ ਹੈਗਾ ਤਾਂ ਉਹਨੂੰ ਵੀ, ਉਹਦੀ ਵੀ ਲਾਈਫ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਖਿਲਵਾੜ ਨਹੀਂ ਹੋਣਾ ਚਾਹੀਦਾ। ਇਹਦਾ ਫੈਸਲਾ ਕਿੰਨੀ ਦੇਰ ਦੇ ਵਿੱਚ ਕਿੰਨੀ ਹੋਣਾ ਦੇਰ ਚਾਹੀਦਾ? ਚ ਜਾਣਾ ਚਾਹੀਦਾ? ਟਾਈਮ ਬਾਉਂਡ ਹੋਣਾ ਚਾਹੀਦਾ ਔਰ ਘੱਟ ਤੋਂ ਘੱਟ 1 ਮਹੀਨੇ ਦੇ ਵਿੱਚ, ਵੱਧ ਤੋਂ ਵੱਧ 2-3 ਮਹੀਨੇ ਲੈ ਲੈਣ, ਪਰ ਸਜ਼ਾ ਇਹਦੇ ਵਿੱਚ ਜਲਦ ਤੋਂ ਜਲਦ ਹੋਈ ਨਹੀਂ ਚਾਹੀਦੀ। ਜਲਦੀ ਜਲਦ ਨਿਆਂ ਮਿਲ ਜਾਣਾ ਚਾਹੀਦਾ ਆ ਤਾਂ ਜੋ ਪਰਿਵਾਰ ਦੀ ਖੱਜਲ ਖੁਆਰੀ ਨਾ ਹੋਵੇ ਤੇ ਜੋ ਵਿਕਟਮ ਆ ਉਹਨੂੰ ਛੇਤੀ ਛੇਤੀ ਨਿਆਂ ਮਿਲ ਜਾਵੇ। ਪਰ ਅਸੀਂ ਕਈ ਕੇਸਾਂ 'ਚ ਤਾਂ ਇਹ ਵੀ ਦੇਖਦੇ ਹਾਂ ਕਿ 10-10 ਸਾਲ ਤੱਕ ਰਿਜ਼ਲਟਸ ਹੀ ਨਹੀਂ ਇਹਦੇ ਆਉਂਦੇ, ਇਹਦਾ ਕੋਈ ਨਤੀਜਾ ਹੀ ਨਹੀਂ ਨਿਕਲਦਾ। ਉਹ ਕੀ ਸਾਡੇ ਕਾਨੂੰਨ ਦੇ ਵਿੱਚ ਕੁਝ ਕਮੀਆਂ ਨੇ ਜਾਂ ਕੀ ਚੱਕਰ ਹੈ, ਕੀ ਦਿੱਕਤ ਹੈ ਇਹਦੀ? ਇਹ ਕਮੀਆਂ ਥੋੜ੍ਹੀ ਪ੍ਰੋਸੀਜਰ ਦੇ ਵਿੱਚ ਆ, ਕਿਉਂਕਿ ਪ੍ਰੋਸੀਜਰ ਕਾਫੀ ਲੰਬਾ ਆ ਤੇ ਉਹ ਇਸ ਪ੍ਰਕਿਰਿਆ ਦੇ ਇਹਦੇ ਕਰਕੇ ਕਹਿ ਰਹੇ ਕਿ ਫਾਸਟ ਟਰੈਕ ਕੋਰਟਸ ਹੋਣੀਆਂ ਚਾਹੀਦੀਆਂ ਤੇ ਛੇਤੀ ਤੋਂ ਛੇਤੀ ਨਿਆਂ ਮਿਲੇ ਤਾਂ ਜੋ ਕੋਈ ਵੀ ਖਰਾਬ ਨਾ ਹੋਵੇ। ਇਹ ਨਹੀਂ ਕਿ ਕੋਈ ਬੇਕਸੂਰ ਨਾ ਵਿੱਚ ਖਰਾਬ ਹੋਵੇ। ਹਾਂ, ਕਈ ਵਾਰੀ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਕੋਈ ਕਿਸੇ ਤੇ ਬਿਨਾਂ ਬੇਤੁਕ ਇਲਜ਼ਾਮ ਲਗਾ ਦਿੰਦੇ ਹਨ, ਕਈ ਵਾਰੀ ਆਪਣੀ ਪਰਸਨਲ ਕਹਿ ਲਓ ਕਿ ਰੰਜਿਸ਼ ਕੱਢਣ ਲਈ ਹੀ ਇਲਜ਼ਾਮ ਲਗਾ ਦਿੰਦੇ ਆ। ਅੱਜ ਕੱਲ ਕਈ ਲੋਕ ਇਹ ਵੀ ਸਭ ਕੁਝ ਕਰ ਜਾਂਦੇ ਆ ਤੇ ਉਹਦਾ ਸ਼ਾਇਦ ਖਾਮਿਆਜ਼ਾ ਜਿਨ੍ਹਾਂ ਦੇ ਨਾਲ ਇਹ ਪ੍ਰੋਬਲਮ ਹੋਈ ਹੈ ਜਾਂ ਜਿਨ੍ਹਾਂ ਨਾਲ ਇਹ ਦਿੱਕਤ ਹੋਈ ਹੁੰਦੀ ਉਹਨਾਂ ਨੂੰ ਭੁਗਤਣਾ ਪੈਂਦਾ। ਰੇਪ ਦੇ ਕੇਸ ਵਿੱਚ ਕਿਹੜੀ ਸਜ਼ਾ ਹੋਣੀ ਚਾਹੀਦੀ? ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਸਿੱਧੇ ਤੇ ਸਾਫ਼ ਲਫ਼ਜ਼ਾਂ 'ਚ। ਅਗਰ ਸੱਚ ਸਾਹਮਣੇ ਆ ਜਾਏ, ਹਾਂਜੀ, ਸੱਚ ਸਾਹਮਣੇ ਆ ਜਾਵੇ ਔਰ ਓਪੀ ਸਾਬਤ ਹੋ ਜਾਵੇ ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਤਾਂ ਹੀ ਠੱਲ ਪਏਗੀ। ਹਾਂਜੀ। ਮੁੱਦਾ ਭਖਿਆ ਇਸ ਵੇਲੇ ਕਿ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸਮਾਪਤ ਹੋ ਗਿਆ ਇਸ ਵੇਲੇ, ਇਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਲੈਂਦੇ ਹੋ? ਦੇਖੋ, ਇਹ ਇੱਕ ਨਿਰਣੇ ਲਿਆ ਪਾਰਟੀਆਂ ਨੇ, ਜਦੋਂ ਵੀ ਕੋਈ ਗੱਠਜੋੜ ਹੁੰਦਾ ਤਾਂ ਐਨਡੀਏ ਦੇ ਵਿੱਚ ਸੀਗਾ, ਉੱਥੋਂ ਦੀ ਜਿਹੜੀ ਸ਼ੀਰਸ਼ ਨੇਤਰਤਵ ਆ ਉਹਨਾਂ ਦੀ ਕੋਈ ਡਿਸੀਜ਼ਨ ਮੇਕਿੰਗ ਹੁੰਦੀ ਆ ਔਰ ਇਹ ਨਿਰਣੇ ਪਾਰਟੀਆਂ ਨੇ ਲਿਆ ਆ ਔਰ ਜਿਹੜੀ ਵੀ ਪਾਰਟੀ ਜੋ ਨਿਰਣੇ ਲੈਂਦੀ ਆ ਉਹ ਕੁਛ ਸੋਚ ਸਮਝ ਕੇ ਲੈਂਦੀ ਔਰ ਮੈਂ ਬੀਜੇਪੀ ਦਾ ਸਿਪਾਹੀ ਹਾਂ ਔਰ ਅਸੀਂ ਜੋ ਸਾਨੂੰ ਨਿਰਦੇਸ਼ ਸਾਡੀ ਪਾਰਟੀ ਦਾ ਰਹਿਣ ਵਾਲਾ, ਅਸੀਂ ਉਹਦੇ 'ਤੇ ਚੱਲਣਾ ਹੈ। ਹਰ ਇੱਕ ਪਾਰਟੀ ਦਾ ਆਪਣਾ ਨਿਰਦੇਸ਼ ਹੁੰਦਾ, ਆਪਣਾ ਤੌਰ ਤਰੀਕਾ ਹੁੰਦਾ। ਇੱਕ ਪਾਰਟੀ ਨੇ ਡਿਸੀਜ਼ਨ ਲਿਆ ਆ, ਇਹ ਉਹਦੇ ਪਾਰਟੀ ਦੇ ਨੁਮਾਇੰਦੇ ਉਸ ਹਿਸਾਬ ਨਾਲ ਚੱਲ ਰਹੇ ਆ ਔਰ ਸਾਡੀ ਪਾਰਟੀ ਦੇ ਜੋ ਹਾਇਰਾਰਕੀ ਆ ਉਹਦੇ ਵਿੱਚ ਜਿੱਦਾਂ ਬੀਜੇਪੀ ਸੰਗਠਨਾਤਮਕ ਪਾਰਟੀ ਆ, ਉਹ ਰਾਸ਼ਟਰੀ ਨੇਤਰਤਵ ਤੋਂ ਲੈ ਕੇ ਬੂਥ ਦਾ ਗਠਨ ਹੁੰਦਾ ਔਰ ਅਸੀਂ ਉਸ ਦੇ ਵਿੱਚ ਬੱਝੇ ਹੋਏ ਹਾਂ ਔਰ ਜੋ ਸਾਨੂੰ ਸਾਡੇ ਸ਼ੀਰਸ਼ ਨੇਤਰਤਵ ਤੋਂ ਆਊਗਾ ਕੋਈ ਵੀ ਕੰਮ, ਅਸੀਂ ਉਸ ਹਿਸਾਬ ਨਾਲ ਚੱਲਾਂਗੇ। ਸਾਨੂੰ ਇਸ ਕਿਸਾਨੀ ਬਿੱਲ ਬਾਰੇ ਦੱਸੋ ਕਿ ਇਹ ਕਿਸਾਨੀ ਬਿੱਲ ਹੈ ਕਿ ਜਿਹਨੂੰ ਲੈ ਕੇ ਸਾਰੀਆਂ ਪਾਰਟੀਆਂ ਇੰਨੀਆਂ ਸੰਘਰਸ਼ ਕਰ ਰਹੀਆਂ ਹਨ। 3 ਬਿੱਲ ਐਸੈਂਸ਼ੀਅਲ ਕਮੋਡਿਟੀ ਐਕਟ ਔਰ ਫਾਰਮਰਸ ਦਾ ਬਿੱਲ ਜੋ ਪਾਸ ਹੋਏ ਔਰ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਅਕਾਲੀ ਦਲ ਵੀ ਸੀਗੇ ਪਹਿਲਾਂ ਉਸ ਪਾਰਟੀ ਜਦੋਂ ਸੀਗੇ ਉਹਦਾ ਸਮਰਥਨ ਵੀ ਕੀਤਾ, ਤਾਂ ਹੁਣ ਕੋਈ ਕੀ ਵਜ੍ਹਾ ਰਹੀ ਇਹ ਜਿੱਦਾਂ ਉਹ ਪਾਰਟੀ ਹੀ ਦੱਸ ਸਕਦੀ ਹੈ। ਪਰ ਮੇਰੇ ਹਿਸਾਬ ਨਾਲ ਜੋ ਇਹ ਬਿੱਲ ਹੈ ਇਹ ਕਿਸਾਨਾਂ ਦੇ ਬਿਲਕੁਲ ਹੱਕ ਦੇ ਵਿੱਚ ਹੈ, ਕਿਉਂਕਿ ਜ਼ਿਆਦਾਤਰ ਮੈਂ ਕਹਾਂਗਾ ਜੋ ਫਾਰਮਰਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹ MSP ਨੂੰ ਲੈ ਕੇ ਜਾਂ ਉਹਦੇ ਮੰਡੀਕਰਨ ਨੂੰ ਲੈ ਕੇ। ਪਹਿਲੋਂ ਕਹਿ ਰਹੇ ਸੀ ਵੀ ਜੋ ਸਾਡੇ ਐਗਰੀਕਲਚਰ ਮਿਨਿਸਟਰਾਂ ਨੂੰ ਲਿਖਤ ਚਿੱਠੀ ਲਿਖਣ ਉਹਨਾਂ ਨੇ ਉਹ ਲਿਖੀ, ਫਿਰ ਉਹਨਾਂ ਨੇ ਇੰਟਰਵਿਊ ਵੀ ਦਿੱਤਾ, ਫਿਰ ਇਹਦਾ ਟਵੀਟ ਵੀ ਮਾਨਯ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਵੀ ਇਹ ਜਿਹੜਾ ਮੰਡੀਕਰਨ ਵੀ ਔਰ ਇਹਦਾ MSP ਵੀ ਰਹੂਗਾ ਔਰ ਉਹਦੇ ਵਿੱਚ ਮੇਰੇ ਹਿਸਾਬ ਨਾਲ ਇਸ ਤੋਂ ਇਲਾਵਾ ਵੀ ਜੋ ਮੰਡੀਕਰਨ ਹੈ ਇਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਵੀ 100 ਦੇ ਫਾਰਮਰ ਰਲ ਕੇ ਆਪਣੀ ਮੰਡੀ ਬਣਾ ਕੇ ਵੀ ਵੇਚ ਸਕਦੇ ਹਾਂ। ਤਾਂ ਕੁੱਲ ਮਿਲਾ ਕੇ ਜੇ ਕਹੀਏ ਤੇ ਜੇ ਇਸ ਬਿੱਲ 'ਤੇ ਰਾਜਨੀਤੀ ਕੁਛ ਕੁ ਪਾਰਟੀਆਂ ਕਰ ਰਹੀਆਂ, ਉਸ ਤੋਂ ਇਲਾਵਾ ਫਾਰਮਰਾਂ ਦੇ ਹੱਕ 'ਚ ਹਾਂ ਮੈਂ ਕਿਉਂਕਿ ਖੁਦ ਕਿਸਾਨ ਦਾ ਬੇਟਾ, ਤਾਂ ਮੈਂ ਇੱਕ ਚੀਜ਼ ਜ਼ਰੂਰ ਹੈ ਵੀ ਜਦੋਂ ਜਿਹੜੀਆਂ ਜੋ 34 ਕਿਸਾਨ ਜਥੇਬੰਦੀਆਂ ਹਨ, ਜੇ ਕੋਈ ਉਹਦੇ ਵਿੱਚ ਉਹਨੂੰ ਲੱਗਦਾ ਹੈ ਤਾਂ ਨਿਰੋਲ ਉਹ ਜਥੇਬੰਦੀਆਂ ਨੂੰ ਕਾਨਫੀਡੈਂਸ 'ਚ ਲੈ ਕੇ ਉਹਨਾਂ ਦੀਆਂ ਜੋ ਸਮੱਸਿਆਵਾਂ ਹਨ ਉਹਨੂੰ ਵਾਜਿਬ ਤਰੀਕੇ ਦੇ ਨਾਲ ਜੋ ਲੱਗਦਾ ਹੈ ਵੀ ਕੁਛ ਸੋਧਾਂ ਕੀਤੀਆਂ ਜਾ ਸਕਦੀਆਂ ਜਾਂ ਜੋ ਕੁਛ ਕਮੀਆਂ ਹਨ ਉਹ ਜ਼ਰੂਰ ਉਹਨੂੰ ਕੰਸੀਡਰ ਕਰਨਾ ਚਾਹੀਦਾ। ਇਸ ਕਿਸਾਨੀ ਬਿੱਲ ਦੇ ਤੁਸੀਂ ਸਮਝਦੇ ਹੋ ਕਿ ਕਿਸਾਨਾਂ ਨੂੰ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ? ਇਹੋ ਜਿਹਾ ਕਿਹੜਾ ਨੁਕਸਾਨ ਹੈ ਜਿਹੜਾ ਕਿ ਸਾਰੀਆਂ ਰਾਜਨੀਤੀ ਜਿਹੜੀਆਂ ਪਾਰਟੀਆਂ ਨੇ ਉਹ ਦੂਸਰੇ ਪਾਸੇ ਇਕੱਠੀਆਂ ਹੋ ਗਈਆਂ? ਦੇਖੋ, ਜੇ ਗੱਲ ਕਰੀਏ ਇੱਕ ਪਾਰਟੀ ਦੀ, ਇੱਕ ਪਾਰਟੀ ਇਹੀ ਜੋ ਬਿੱਲ ਸੀਗਾ ਮੇਰੇ ਖਿਆਲ 4 ਦਸੰਬਰ 2012 ਨੂੰ ਜੋ ਕਪਿਲ ਸਿੱਬਲ ਜੀ ਸੀ ਹਾਊਸ ਦੇ ਵਿੱਚ, ਉਹਨਾਂ ਨੇ ਇਹਦੇ ਫਾਇਦੇ ਗਿਣਾਏ ਸੀ। ਤੋ ਮੈਨੂੰ ਲੱਗਦਾ ਵੀ ਕਈ ਵਾਰੀ ਇੱਦਾਂ ਹੋ ਜਾਂਦਾ ਹੁੰਦਾ ਵੀ
ਇਹ ਦੁਰਭਾਗਿਆ ਹੈ ਵੀ ਜੇ ਕੋਈ ਬਿੱਲ ਆਵੇ ਤਾਂ ਜੇ ਅਸੀਂ ਇਹੀ ਕਹੀਏ ਵੀ ਸਿਰਫ ਅਸੀਂ ਇਹਦਾ ਵਿਰੋਧ ਕਰਨ ਲਈ ਹੀ ਵਿਰੋਧ ਕਰਨਾ ਹੈ ਤਾਂ ਬਹੁਤ ਗਲਤ ਗੱਲ ਹੁੰਦੀ ਹੈ। ਤੋ ਇਸ ਕਰਕੇ ਮੈਂ ਨਹੀਂ ਸਮਝਦਾ ਵੀ ਕੋਈ ਇਹਦੇ ਵਿੱਚ ਕੋਈ ਗਲਤ ਗੱਲ ਹੈ। ਹਾਂ, ਰਾਜਨੀਤੀ ਮਾੜੀ ਹੈ। ਮੈਂ ਅੱਗੇ ਵੀ ਕਿਹਾ ਵੀ ਜੇ ਕਿਸਾਨ ਜਥੇਬੰਦੀਆਂ ਨੂੰ ਲੱਗਦਾ, ਵੈਸੇ ਤਾਂ ਗੁੰਮਰਾਹ ਕੀਤਾ ਜਾ ਰਿਹਾ, 3-4 ਗੱਲਾਂ ਜਿਹੜੀਆਂ ਸੀਗੀਆਂ ਉਹ ਤਾਂ ਸਪਸ਼ਟੀਕਰਨ ਖੁਦ ਪ੍ਰਧਾਨ ਮੰਤਰੀ ਨੇ ਦਿੱਤਾ। ਉਹ ਬੜੀ, ਜੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਗੱਲ ਕਹਿ ਰਿਹਾ ਤਾਂ ਸਾਨੂੰ ਉੱਤੇ ਇਤਬਾਰ ਕਰਨਾ ਚਾਹੀਦਾ। ਉਹਨਾਂ ਨੇ ਖੁਦ ਟਵੀਟ ਕਰਕੇ, ਪੰਜਾਬੀ 'ਚ ਟਵੀਟ ਕਰਕੇ ਇਹ ਚੀਜ਼ਾਂ ਕਹੀਆਂ। ਤਾਂ ਮੈਂ ਇਸ ਮਾਧਿਅਮ ਨਾਲ ਆਪਣੇ ਕਿਸਾਨ ਵੀਰਾਂ ਨੂੰ ਵੀ ਕਹਿੰਦਾ ਵੀ ਜੇ ਕਿਸੇ ਪਾਰਟੀਆਂ ਦਾ ਉਹਨਾਂ ਦੇ ਨਾਲ ਲੱਗ ਕੇ ਕੋਈ ਹਿਡਨ ਏਜੰਡਾ ਹੈ ਤਾਂ ਅਸੀਂ ਉਹਨੂੰ ਪਰਖੀਏ। ਅਤੇ ਮੈਨੂੰ ਤਾਂ ਲੱਗਦਾ ਕਈਆਂ ਨੇ, ਜੇ ਅਸੀਂ ਬਿੱਲ ਨੂੰ ਪੜ੍ਹੀਏ ਤਾਂ ਬਿੱਲ ਦੇ ਵਿੱਚ ਜਿੱਦਾਂ ਅੱਗੇ ਇੱਦਾਂ ਹੁੰਦਾ ਸੀ, ਇਹ ਕਿਤੇ ਵੀ ਨਹੀਂ ਲਿਖਿਆ ਵੀ ਜਿਹੜੇ ਕੁਛ 2 ਇੰਡਸਟਰੀਲਿਸਟ ਦਾ ਨਾਂ ਲੈਂਦੇ ਆ ਵੀ ਉਹ ਜ਼ਮੀਨਾਂ ਹੜਪ ਕਰ ਲੈਣਗੇ। ਕਿਤੇ ਵੀ ਇਹ ਨਹੀਂ ਲਿਖਿਆ ਵੀ ਸਿਰਫ ਜਿਹੜਾ ਪ੍ਰੋਡਕਟ ਆ ਉਹਦਾ ਕੰਟਰੈਕਟ ਹੁੰਦਾ। ਕੰਟਰੈਕਟ ਫਾਰਮਿੰਗ ਦੀ ਜੇ ਗੱਲ ਕਰੀਏ ਵੀ ਕਿਸੇ ਤਰੀਕੇ ਨਾਲ ਕਿਸਾਨ ਦੀ ਉਹ ਫਸਲ ਦਾ ਕੋਈ ਕਿਸਾਨ ਦੀ ਜ਼ਮੀਨ ਦਾ ਕੋਈ ਕੰਟਰੈਕਟ ਨਹੀਂ ਹੋ ਸਕਦਾ। ਇਹਦੇ ਵਿੱਚ ਤਾਂ ਇੱਕ ਕਦਮ ਅੱਗੇ ਜਾ ਕੇ ਇਹ ਵੀ ਕਿਹਾ ਗਿਆ ਵੀ ਜੇ ਉਹਦੀ ਪੇਮੈਂਟ 3 ਦਿਨਾਂ 'ਚ ਨਹੀਂ ਹੁੰਦੀ ਤਾਂ SDM ਦੇ ਜਾ ਕੇ ਉਹ ਆਪਣੀ ਦਰਖਾਸਤ ਦੇ ਕੇ ਚਾਰਾਜੋਈ ਕਰ ਸਕਦਾ, ਔਰ ਉਹਦੇ ਵਿੱਚ 1 ਮਹੀਨੇ ਦੇ ਵਿੱਚ ਉਹਦਾ ਫੈਸਲਾ ਕਰਨਾ ਪਊਗਾ। ਤਾਂ ਮੇਰੇ ਹਿਸਾਬ ਨਾਲ ਤਾਂ ਇਹਦਾ ਪ੍ਰਚਾਰ ਕਰਨ ਦੀ ਲੋੜ ਆ। ਕੁਛ ਫਾਰਮਰ ਭਰਾ ਜਿੱਦਾਂ ਪਿੱਛੇ ਕਿ ਮੈਂ ਵੀ ਦੇਖਿਆ ਕਈ ਲੱਗੇ ਆਪਣੇ ਏਜੰਡੇ ਦੇ ਨਾਲ, ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਾਹਦੇ ਆ ਵਿਰੋਧ ਕਰ। ਪਰ ਇਸ ਵੇਲੇ ਰਾਜਨੀਤਿਕ ਪਾਰਟੀਆਂ ਵੀ ਜਾਂ ਕਈ ਵੀ ਕੋਈ ਸੋਸ਼ਲ ਪਾਰਟੀਜ਼ ਵੀ ਹੈਗੀਆਂ, ਉਹ ਸਾਰੀਆਂ ਹੀ ਕਿਸਾਨਾਂ ਦੇ ਪੱਖ ਦੇ ਵਿੱਚ ਖੜੀਆਂ ਹੋਈਆਂ, ਚਾਹੇ ਕਿਸੇ ਨੂੰ ਪਤਾ ਹੈ ਜਾਂ ਚਾਹੇ ਕਿਸੇ ਨੂੰ ਨਹੀਂ ਪਤਾ। ਇਹੀ ਮੁੱਦੇ ਨੂੰ ਉਛਾਲਿਆ ਜਾ ਰਿਹਾ ਕਿ ਹੁਣ ਜਿਹੜਾ ਕਿਸਾਨਾਂ ਦੀ ਜ਼ਮੀਨਾਂ ਦੇ ਉੱਤੇ ਹੈਗਾ, ਜਿਹੜਾ ਅਡਾਨੀ ਅੰਬਾਨੀ ਇਹਨਾਂ ਦਾ ਹੱਕ ਜਿਹੜਾ ਹੋ ਜਾਵੇਗਾ ਔਰ ਜ਼ਮੀਨਾਂ ਇਹਨਾਂ ਕੋਲ ਚਲੀਆਂ ਜਾਣਗੀਆਂ। MSP ਇੱਕ ਦਿਖਾਵਾ ਹੋ ਰਿਹਾ ਕਿ MSP ਰਹੇਗੀ ਨਹੀਂ। ਉਹ ਮੈਂ ਅੱਗੇ ਵੀ ਦੱਸ ਚੁੱਕਾ, ਕੰਟਰੈਕਟ ਫਾਰਮਿੰਗ 'ਚ ਕਿਤੇ ਵੀ ਇਹ ਨਹੀਂ ਲਿਖਿਆ ਵੀ ਉਹਦੀ ਜਿਹੜੀ ਜ਼ਮੀਨ ਹੈ ਉਹਦਾ ਕਿਸੇ ਤਰੀਕੇ ਨਾਲ ਕੰਟਰੈਕਟ ਹੋਊਗਾ। ਜੇ ਕੰਟਰੈਕਟ ਹੋਊਗਾ ਤਾਂ ਸਿਰਫ ਫਸਲ ਦਾ ਹੋਊਗਾ। ਤਾਂ ਇਹ ਬਿਲਕੁਲ ਹੀ ਬੇਬੁਨਿਆਦ ਮੇਰੇ ਹਿਸਾਬ ਨਾਲ ਗੱਲਾਂ ਹਨ। ਔਰ ਉਹ ਕੁਛ ਕੁ ਪਾਰਟੀਆਂ ਜਿਹੜੀਆਂ ਲੱਗੀਆਂ ਹਨ, ਉਹਨਾਂ ਦਾ ਆਪਣਾ ਏਜੰਡਾ ਹੋ ਸਕਦਾ, ਪਰ ਦੇਸ਼ ਨੂੰ ਸਰਵੋੱਚ ਰੱਖਣਾ ਚਾਹੀਦਾ। ਕਿ ਜਿਸ ਤਰ੍ਹਾਂ ਹੁਣ ਭੰਡਾਰੀਕਰਨ ਦੀ ਕੋਈ ਸੀਮਾ ਨਹੀਂ ਹੈ, ਅਤੇ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਨੁਕਸਾਨ ਹੋਏਗਾ ਕਿਸਾਨਾਂ ਨੂੰ? ਅੱਗੇ ਇੱਦਾਂ ਹੁੰਦਾ ਸੀ ਵੀ ਜਿਹੜਾ ਜਿੱਦਾਂ ਆਪਾਂ ਕਣਕ ਝੋਨੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਿਰਫ ਗੌਰਮੈਂਟ ਏਜੰਸੀਆਂ ਹੀ ਸੀ। ਉਹ ਕਈ ਵਾਰੀ ਹਾਂ ਇਹ ਆ ਵੀ ਸਾਡੇ ਦੇਸ਼ ਦੇ, ਕਿਉਂਕਿ ਅਸੀਂ ਕ੍ਰਿਸ਼ੀ ਪ੍ਰਧਾਨ ਦੇਸ਼ ਹਾਂ, 65 ਤੋਂ 70% ਐਗਰੀਕਲਚਰ ਸਾਡਾ ਦੇਸ਼ ਹੈ, ਔਰ ਬਹੁਤ ਵੱਡੀ ਦਾਤ ਹੈ ਕਿਸਾਨਾਂ ਦੀ। ਔਰ ਮੈਂ ਤਾਂ ਇਹ ਵੀ ਕਹਾਂਗਾ ਵੀ 4 ਸਾਲ ਤੱਕ ਇੱਕ ਅੰਕੜਾ ਆਇਆ ਸੀ ਵੀ ਜੇ 130 ਕਰੋੜ ਬੰਦਾ ਬਿਨਾਂ ਕੁਛ ਉਪਜ ਨਾ ਹੋਵੇ, ਫਿਰ ਵੀ 4 ਸਾਲ ਤੱਕ ਉਹ ਬਿਨਾਂ ਕੁਛ ਉਗਾਏ ਵੀ ਸਾਡਾ 4 ਸਾਲ ਤੱਕ ਦੇਸ਼ ਚੱਲ ਸਕਦਾ। ਤਾਂ ਉਹਨਾਂ ਕਿਸਾਨਾਂ ਨੂੰ ਸਲੂਟ ਹੈ ਅਤੇ ਖ਼ਰਾਬ ਨਾ ਹੋਵੇ। ਕਈ ਵਾਰੀ ਇੱਦਾਂ ਹੁੰਦਾ ਜਿੱਦਾਂ ਮਿਨੀਮਮ ਸਪੋਰਟ ਪ੍ਰਾਈਸ ਦੀ ਜੇ ਗੱਲ ਕਰੀਏ, ਉਹਦੇ ਵਿੱਚ ਜੇ 1250 ਮੁੱਲ ਹੈ ਅਤੇ 1700 ਰੁਪਈਆ ਹੋਰ ਪੈਂਦਾ ਸਰਕਾਰ ਦਾ। ਅਤੇ ਕਈ ਵਾਰੀ ਪ੍ਰੋਡਕਟ ਜਿੱਦਾਂ ਉਹ ਜੇ ਉਹਨੂੰ ਐਕਸਪੋਰਟ ਕਰਨਾ ਹੋਵੇ ਉਹਦੇ ਬੈਰੋਮੀਟਰ 'ਤੇ ਉਹ ਖੜਾ ਨਹੀਂ ਉਤਰਦਾ, ਪਰ ਫਿਰ ਵੀ ਸਰਕਾਰ ਚੱਕਦੀ ਆ। ਗਾਏ ਬਗਾਏ ਸਰਕਾਰ 'ਤੇ ਭਾਰ ਵੀ ਪੈਦਾ ਹੁੰਦਾ, ਪਰ ਫਿਰ ਵੀ ਸਰਕਾਰ ਨੇ ਕਿਹਾ ਵੀ ਉਹ MSP ਜਾਰੀ ਰੱਖੇਗੀ, ਮੰਡੀਕਰਨ ਜਾਰੀ ਰੱਖੇਗੀ। ਹਾਂ, ਜੇ ਕਿਸਾਨ ਇੰਨੀ ਮਿਹਨਤ ਕਰਕੇ ਉਹ ਇਹਦੀ ਐਡੀ ਵੱਡੀ ਉਪਜ ਕਰਦਾ ਹੈ, ਅਤੇ ਜੇ ਉਹਦਾ ਭੰਡਾਰੀਕਰਨ ਗੌਰਮੈਂਟ ਦੀਆਂ ਏਜੰਸੀਆਂ ਤੋਂ ਆਪਾਂ ਦੇਖਦੇ ਹਾਂ ਕੀ ਹਾਲ ਆ, ਕੋਈ ਪ੍ਰਾਈਵੇਟ ਤਰੀਕੇ ਨਾਲ ਹੋ ਜਾਵੇ ਤਾਂ ਉਹਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਉਸੇ ਗੱਲ 'ਤੇ ਫਿਰ ਦੁਬਾਰਾ ਆਵਾਂਗਾ ਕਿ ਜਿਸ ਤਰ੍ਹਾਂ MSP ਹੈ, ਤੁਸੀਂ ਕਿਹਾ ਕਿ ਸਰਕਾਰ ਫਿਰ ਵੀ ਬੋਝ ਪੈਂਦਾ ਫਿਰ ਵੀ ਲੈ ਲੈਂਦੀ, ਪਰ ਜਦੋਂ ਪ੍ਰਾਈਵੇਟਾਈਜ਼ ਇਸ ਚੀਜ਼ ਦੇ ਵਿੱਚ ਹੋ ਜਾਏਗੀ, ਸਰਕਾਰ ਤਾਂ ਬੋਝ ਝੱਲ ਲੈਂਦੀ ਹੈ, ਕੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਬੋਝ ਝੱਲਣ ਲਈ ਤਿਆਰ ਹੋਣਗੀਆਂ? ਉਹਦੇ ਵਿੱਚ ਕਿਉਂ ਝੱਲਣਗੀਆਂ? ਉਹਦੇ ਵਿੱਚ 2 ਤਰੀਕੇ, ਉਹਦੇ ਵਿੱਚ ਆਪਸ਼ਨ ਓਪਨ ਆ ਫਾਰਮਰ ਕੋ, ਉਹ ਆਪਣਾ ਪ੍ਰੋਡਿਊਸ, ਕਿਉਂਕਿ ਪ੍ਰੋਡਿਊਸ ਉਹਦਾ ਆ, ਉਹ ਆਪਣਾ ਪ੍ਰੋਡਿਊਸ, ਜੇ ਉਹਨੂੰ ਲੱਗਦਾ ਵੀ ਸਰਕਾਰ ਜ਼ਿਆਦਾ ਪੈਸੇ ਦੇ ਰਹੀ ਹੈ ਤਾਂ ਸਰਕਾਰ ਨੂੰ ਵੇਚ ਸਕਦਾ, ਔਰ ਪ੍ਰਾਈਵੇਟ ਜੇ ਉਹਨੂੰ ਲੱਗਦਾ ਮੈਨੂੰ ਪ੍ਰਾਈਵੇਟ ਮਿਲਣਾ ਤਾਂ ਉਹ ਰਾਹ ਖੁੱਲ੍ਹ ਗਿਆ। ਨਹੀਂ, ਇਸ ਤਰ੍ਹਾਂ ਜਦੋਂ ਇਹ ਜਿਹੜਾ ਕਿਸਾਨ ਬਿੱਲ ਜਿਹੜਾ ਪਾਸ ਹੋ ਗਿਆ ਹੈਗਾ, ਜੇ ਤਾਂ ਕੋਈ ਪ੍ਰਾਈਵੇਟ ਕੰਪਨੀ ਚੱਕਣ ਲਈ ਤਿਆਰ ਹੁੰਦੀ ਹੈਗੀ ਤਾਂ ਠੀਕ ਹੈ, ਜੇ ਨਹੀਂ ਹੁੰਦੀ ਤਾਂ ਕੀ MSP ਦੇ ਉੱਤੇ ਸਰਕਾਰ ਉਹ ਸਾਰੀ ਫਸਲ ਖਰੀਦੇਗੀ? ਕਿਤੇ ਵੀ ਦੇਖੋ, ਕਿਤੇ ਵੀ ਇਹ ਨਹੀਂ ਕਿਹਾ ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ, MSP ਦਾ ਮਤਲਬ ਹੀ ਹੈ ਮਿਨੀਮਮ ਸਪੋਰਟ ਪ੍ਰਾਈਸ। ਨਹੀਂ, ਉਹ ਮਿਨੀਮਮ ਸਪੋਰਟ ਪ੍ਰਾਈਸ ਹੈ। ਉਹ ਜੇ ਉਹਦਾ ਕੋਈ ਪ੍ਰੋਡਿਊਸ ਨਹੀਂ ਖਰੀਦ ਰਿਹਾ ਤਾਂ ਸਰਕਾਰ ਨੇ ਤੁਹਾਨੂੰ ਖਰੀਦਣਾ। ਜੇ ਉਹਨੂੰ ਉੱਤੋਂ ਡਬਲ ਵੀ ਪੈਸੇ ਮਿਲਦੇ ਆ, ਜਿੱਥੇ ਵੀ ਮਿਲਦੇ, ਉਹਨੂੰ ਵੇਚਣ ਦੀ ਆਜ਼ਾਦੀ ਹੋਗੀ। ਇਹ ਗੱਲ ਬਿੱਲ ਦੇ ਵਿੱਚ ਕਿਤੇ ਲਿਖੀ ਹੋਈ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਗੌਰਮੈਂਟ, ਸਰਕਾਰ ਇਹ ਫਸਲ ਖਰੀਦੇਗੀ? ਇਹ ਚੀਜ਼ ਲਿਖਤੀ ਹੈ ਉਹਦੇ ਵਿੱਚ? ਦੇਖੋ, ਇਹਦੇ ਵਿੱਚ ਇੱਦਾਂ ਵੀ ਜੋ ਇਹ ਜੋ ਮੈਟਰ ਹੈ, ਇਹਦੇ ਵਿੱਚ ਆਸਵਾਸ਼ਨ ਸਾਡੇ ਪ੍ਰਧਾਨ ਮੰਤਰੀ ਜੀ ਨੇ, ਔਰ ਜਿਹੜੇ ਸਾਡੇ
एग्रीकल्चर मिनिस्टर तोमर जी उन्होंने भी अपनी जारी करके कहा भी MSP भी जारी रहेगी, ਮੰਡੀਕਰਨ ਵੀ ਜਾਰੀ। ਨਹੀਂ, ਪਰ ਇਹ ਸਿਰਫ ਆਸ਼ਵਾਸਨ ਹੈ, ਪਰ ਬਿੱਲ ਦੇ ਵਿੱਚ ਇਹ ਕਿਤੇ ਲਿਖਿਆ ਨਹੀਂ ਹੋਇਆ ਕਿ ਜੇ ਫਸਲ ਨਹੀਂ ਹੋਈ। ਇਹ 40 ਸਾਲ ਤੋਂ ਇਹ ਪ੍ਰਕਿਰਿਆ ਚੱਲਦੀ ਆ ਰਹੀ ਹੈ। ਇਹੀ ਚੀਜ਼ ਦਾ ਫਾਇਦਾ ਸ਼ਾਇਦ ਕੁਝ ਰਾਜਨੀਤਿਕ ਪਾਰਟੀਆਂ ਲੈਂਦੀਆਂ। ਇਹ ਅੱਗੇ ਵੀ ਨਹੀਂ ਸੀ ਲਿਖਿਆ, ਉਹ ਪ੍ਰਕਿਰਿਆ ਚੱਲ ਰਹੀ, ਉਹੀ ਕੰਟੀਨਿਊ ਹੈ। ਨਹੀਂ, ਪਰ ਅੱਗੇ ਤਾਂ ਇਹ ਚੀਜ਼ ਲਿਖੀ ਹੋਈ ਸੀਗੀ ਨਾ ਕਿ ਇਹ ਜੋ ਮਿਨੀਮਮ ਸਪੋਰਟ ਪ੍ਰਾਈਸ ਇਹ ਲਿਖਿਆ ਕਿਤੇ ਨਹੀਂ ਸੀ, ਅੱਗੇ ਵੀ ਨਹੀਂ ਸੀ ਲਿਖਿਆ ਜੀ, ਕਿ ਕਿਸਾਨਾਂ ਵਾਲੇ ਮੁੱਦੇ ਦੇ ਵਿੱਚ ਅਸੀਂ ਕਹਿੰਦੇ ਕਿ ਕਿਸਾਨ ਮਰਦਾ ਜਾ ਰਿਹਾ ਹੈਗਾ। ਅਸੀਂ ਆਪਣੇ ਘਰ ਦੇ ਵਿੱਚ ਵੀ ਲੈ ਕੇ ਚੱਲੀਏ, ਘਰ ਦੇ ਵਿੱਚ ਅਸੀਂ ਜੇ ਗਜਰੇਲਾ ਬਣਾਉਣਾ ਹੋਵੇ ਨਾ, 800 ਰੁਪਏ ਕਿਲੋ ਵਾਲੇ ਅਸੀਂ ਬਦਾਮ ਪਾਉਂਦੇ ਹਾਂ, 1000 ਰੁਪਏ ਕਿਲੋ ਵਾਲੇ ਅਸੀਂ ਕਾਜੂ ਪਾਉਂਦੇ ਹਾਂ, 1200 ਰੁਪਏ ਕਿਲੋ ਵਾਲੀ ਸੌਗੀ ਪਾਉਂਦੇ ਹਾਂ। ਸਾਡੇ ਘਰ ਗਜਰੇਲਾ ਉਦੋਂ ਹੀ ਬਣੇਗਾ ਜਦੋਂ ਜਿਹੜੀ ਗਾਜਰ ਹੈਗੀ ਉਹ 15 ਰੁਪਏ ਕਿਲੋ ਹੈਗੀ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਘਰ ਤੋਂ ਹੀ ਸਟਾਰਟ ਕੀਤਾ ਹੋਇਆ ਕਿਸਾਨ ਨੂੰ ਮਾਰਨਾ? ਦੇਖੋ ਮੈਂ ਜਿਸ ਪਰਿਵਾਰ ਨਾਲ ਮੈਂ ਬਿਲੋਂਗ ਕਰਦਾ ਸੀ, ਕਮਰਸ਼ੀਅਲ ਫਾਰਮਿੰਗ ਕਰਦੇ ਸੀ। ਇਹ ਵੀ ਇੱਕ ਕਾਰਨ ਹੈ, ਜਿੱਦਾਂ ਅਸੀਂ ਫੋਰ ਐਗਜ਼ਾਮਪਲ ਗੋਭੀ ਹੀ ਲਾਉਂਦੇ ਸੀ ਕਾਫੀ ਲੈਵਲ 'ਤੇ। 15 ਕੁ ਦਿਨ ਜੇ ਉਹ ਤੇਜ਼ੀ ਨਾਲ ਵਿਕੇ ਤੇ ਉਸ ਤੋਂ ਬਾਅਦ ਉਹ ਮੰਦੀ ਹੋ ਜਾਂਦੀ ਸੀ। ਅਸੀਂ ਇੱਥੋਂ ਟਰਾਲੀ ਭਰ ਕੇ ਲਿਜਾਣੀ ਤੇ ਸ਼ਾਇਦ ਸਾਨੂੰ 2 ਰੁਪਏ 3 ਰੁਪਏ ਕਿਲੋ ਹੋਣੀ, ਤਾਂ ਜਦੋਂ ਸਾਡੀ ਗਲੀ 'ਚ ਉਹੀ ਆਉਣੀ ਤਾਂ 30 ਰੁਪਏ ਹੋਈ ਹੁੰਦੀ ਸੀ। ਤੋ ਜਿੱਦਾਂ ਅੱਗੇ ਗੱਲ ਕੀਤੀ ਵੀ ਜੇ ਕਿਸਾਨ ਨੇ ਜਿਹਨੇ 3 ਮਹੀਨੇ ਫਸਲ ਸਾਂਭੀ, ਉਹਨੇ ਪਾਣੀ ਲਾਇਆ, ਉੱਤੇ ਗੋਡੀਆਂ ਕੀਤੀਆਂ, ਉਸ ਤੋਂ ਇਲਾਵਾ ਉਹਨੇ ਕੀਟਨਾਸ਼ਕ ਵੀ ਪਾਏ, ਮਹਿੰਗੀਆਂ ਖਾਦਾਂ ਪਾਈਆਂ, ਉਹਨੂੰ ਉਸ ਪ੍ਰੋਡਕਟ ਦਾ 3 ਰੁਪਏ ਮਿਲ ਰਿਹਾ ਔਰ ਜਿਹੜੇ 27 ਰੁਪਏ ਆ ਉਹ ਕਿੱਡੀ ਵੱਡੀ ਚੈਨ ਆ ਜਿਹੜੀ ਲੈ ਰਹੀ ਆ। ਇਸੇ ਚੀਜ਼ ਨੂੰ ਸ਼ਾਇਦ ਮੱਦੇ ਨਜ਼ਰ ਰੱਖ ਕੇ ਵੀ ਜਿਹੜੀ ਅਨਨੈਸੈਸਰੀ ਚੇਨ ਆ ਔਰ ਅਨਨੈਸੈਸਰੀ ਹਾਇਰਾਰਕੀ ਆ ਉਹਨੂੰ ਤੋੜ ਕੇ ਕਿਸਾਨ ਦੇ ਪੈਸੇ ਕਿਸਾਨ ਨੂੰ ਮਿਲਣ। ਕਿਉਂਕਿ ਅਸੀਂ ਆ ਕਈ ਟਰਾਲੀ ਵਾਪਸ ਮੋੜ ਕੇ ਲਿਆਈ ਦੀ ਹੁੰਦੀ ਸੀ, ਪਸ਼ੂਆਂ ਨੂੰ ਵੀ ਪਾਉਣੀ ਪਈ, ਉਹ ਵੰਡੀ ਦੀ ਵੀ ਹੁੰਦੀ ਸੀ। ਤਾਂ ਸ਼ਾਇਦ ਉਹਦੇ ਵਿੱਚ ਕਈ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਰਹੀ ਆ, ਉਹ ਜਿਹੜਾ ਕਿਸਾਨ ਨੂੰ ਹੱਕ ਮਿਲਣਾ ਮਿਲ ਰਿਹਾ ਸ਼ਾਇਦ ਇਸ ਕਰਕੇ ਵੀ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਮਿਸਗਾਈਡ ਕਰ ਰਹੇ ਆ। ਬਿਲਕੁਲ ਜੀ, ਤੁਹਾਨੂੰ ਲੱਗਦਾ ਇਹ ਸੋਚ ਵੀ ਬਦਲਣੀ ਚਾਹੀਦੀ ਸਾਨੂੰ ਆਪਣੇ ਘਰ ਦੇ ਵਿੱਚ ਵੀ? ਦੇਖੋ ਇਹਨੂੰ ਲਾਈਟਰ ਮੋਡ 'ਚ ਲਈਏ ਤਾਂ ਹਰ ਬੰਦਾ ਸੋਚਦਾ ਵੀ ਸਸਤੀ ਚੀਜ਼ ਮੈਨੂੰ ਮਿਲ ਜਾਵੇ, ਮਹਿੰਗੀ ਗੁਆਂਢੀਆਂ ਨੂੰ ਮਿਲੇ। ਪਰ ਹਾਂ ਦੇਖੋ ਸਵਾਲ ਇਹ ਆ ਵੀ ਮੇਰੇ ਹਿਸਾਬ ਨਾਲ ਕਿਉਂਕਿ ਕਿਸਾਨੀ ਮੌਜੂਦਾ ਦੌਰ ਦੇ ਵਿੱਚ ਜਿੱਥੇ ਇੰਡਸਟਰੀਲਾਈਜੇਸ਼ਨ ਹੋ ਰਹੀ ਹੈ, ਜ਼ਮੀਨਾਂ ਘਟਦੀਆਂ ਜਾ ਰਹੀਆਂ, ਬੜਾ ਇੱਕ ਆਪਣੇ ਆਪ 'ਚ ਚੈਲੰਜ ਆ ਕਿਸਾਨੀ ਕਰਨਾ। ਮੈਂ ਵੀ ਸ਼ਾਇਦ ਵਕੀਲ ਕਿਸਾਨੀ ਤੋਂ ਡਰਦਾ ਬਣਿਆ ਹੋਵਾਂ ਕਿ ਸਵੇਰੇ 3 ਵਜੇ ਉੱਠ ਕੇ ਮੰਡੀ ਜਾਣਾ ਪੈਂਦਾ ਸੀ। ਕਿਸਾਨ ਨੂੰ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ। ਤੋ ਬੜੀ ਵੱਡੀ ਸੋਚ ਚਾਹੀਦੀ ਹੈ। ਦੇਖੋ ਕੋਈ ਵੀ ਕੰਮ ਆਪਾਂ ਜਦੋਂ ਨਵਾਂ ਕਰਨਾ ਹੋਵੇ ਤਾਂ ਸਾਨੂੰ ਉੱਤੇ ਡਰ ਵੀ ਲੱਗਦਾ। ਸਹਿਜ ਸੁਭਾਅ ਕਈ ਤੁਸੀਂ ਵੀ ਕੋਈ ਚੀਜ਼ ਕੀਤੀ ਹੋਵੇ, ਭ੍ਰਮਿਤ ਵੀ ਲੋਕ ਕਰਨ ਵਾਲੇ ਹੁੰਦੇ ਆ। ਜਦੋਂ 1992 ਦੇ ਵਿੱਚ ਗਲੋਬਲਾਈਜੇਸ਼ਨ ਹੋਈ ਸੀ, ਹਿੰਦੁਸਤਾਨ ਦੇ ਵਿੱਚ ਬੜੇ ਚੈਲੰਜਿਸ ਸੀਗੇ ਔਰ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਪਰ ਅਲਟੀਮੇਟਲੀ ਹਿੰਦੁਸਤਾਨ ਨੇ ਤਰੱਕੀ ਕੀਤੀ। ਤੋ ਮੈਂ ਇਹੀ ਕਹਾਂਗਾ ਵੀ ਦੇਖੋ ਜੇ ਇੱਕ ਕਾਨੂੰਨ ਬਣਿਆ ਉਹਨੂੰ ਸਮਾਂ ਦਿੱਤਾ ਜਾਵੇ ਤਾਂ ਉਹ ਬਿਲਕੁਲ ਵਧੀਆ ਨਿਰਧਾਰਿਤ ਸਿੱਧ ਹੋਵੇਗਾ। ਜੀ, ਸੋ ਅਸੀਂ ਚੰਦਰਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੇ ਪਾਰਸ਼ਦ ਪਤੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਮਿਤ ਸਿੰਘ ਸਾਂਧਾ ਜੀ ਦਾ ਸਾਡੇ ਸਟੂਡੀਓ ਦੇ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਜਾਣਕਾਰੀ ਦਿੱਤੀ, ਆਪਣੇ ਬਾਰੇ ਦੱਸਿਆ ਔਰ ਆਪਣੇ ਵਾਰਡ ਬਾਰੇ। ਵੈਲਕਮ ਨਿਊਜ਼ 24 ਦਾ ਬਹੁਤ ਧੰਨਵਾਦੀ ਹਾਂ, ਜੋ ਕਿ ਦੇਖੋ ਸਾਡੇ ਜੋ ਮਸਲੇ ਸੀ, ਚਾਹੇ ਵਾਰਡ ਦੇ ਮਸਲੇ ਸੀ ਔਰ ਸਮਾਜਿਕ ਮਸਲੇ ਸੀ, ਮੈਂ ਫੋਲੋ ਕਰ ਰਿਹਾ ਚੈਨਲ ਔਰ ਬੜੇ ਥੋੜ੍ਹੇ ਸਮੇਂ ਦੇ ਵਿੱਚ ਔਰ ਬੜੀਆਂ ਸੰਜੀਦਾ ਖਬਰਾਂ ਔਰ ਜੋ ਸਾਡੇ ਸਮਾਜ ਦੇ ਜਿੰਨੇ ਅੰਗ ਆ ਉਹਨਾਂ ਨੂੰ ਛੂਹ ਕੇ ਇਹ ਦੇ ਰਿਹਾ। ਮੈਂ ਇੱਕ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਤੁਸੀਂ ਇੱਦਾਂ ਹੀ ਦੇਖੋ, ਜਿਹੜੀ ਪੱਤਰਕਾਰਤਾ ਆ ਉਹ ਕਰਜ ਦੇ ਨਾਲ ਹੁੰਦੀ ਹੈ। ਜਰਨਲਿਜ਼ਮ ਇਜ਼ ਆਲਵੇਜ਼ ਡਨ ਵਿਦ ਕਰੇਜ। ਔਰ ਤੁਸੀਂ ਹੱਕ ਸੱਚ ਦੀ ਆਵਾਜ਼ ਬਣੋ, ਗਰੀਬਾਂ ਦੀ ਆਵਾਜ਼ ਬਣੋ, ਇਹ ਸਾਡੀ ਅਰਦਾਸ ਹੈ। ਤੋ ਸਾਡੇ ਵੱਲੋਂ ਜੋ ਸਹਿਯੋਗ ਆ ਅਸੀਂ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਫਿਰ ਅਸੀਂ ਮਿਲਦੇ ਰਹਾਂਗੇ ਜਨਤਾ ਦੇ ਰੂਬਰੂ ਪ੍ਰੋਗਰਾਮ ਦੇ ਵਿੱਚ ਹੋਰ ਨਵੀਆਂ ਸ਼ਖਸੀਅਤਾਂ ਦੇ ਨਾਲ। ਮੈਂ ਅਮਰਪ੍ਰੀਤ ਸਿੰਘ, ਮੇਰੇ ਸਹਿਯੋਗੀ ਪਰਮਿੰਦਰ ਕੌਰ।